सबनों खादी पहनना अपने आप दे विच एक सिंपलिसिटी का प्रतीक है और खादी नूं खुद तैयार करना, चरखा कत के तैयार करना, ये एक डिलीजेंस जानी कि कम करन दी जिहड़ी प्रथा है। यू वांट टू ब्रिंग ए चेंज इन द वर्ल्ड, सो ट्राई टू बी वट यू वांट द वर्ल्ड टू बी। तो ये उन्हां दा जिहड़ा संदेश है, ये दसदा कि आपां एक सादा जीवन बतीत करिए, आपां मेहनत करिए, ਆਪਾਂ ਕਹਿਣੀ ਕਥਨੀ 'ਚ ਫਰਕ ਨਾ ਲਿਆਉਣ ਦਈਏ, ਆਪਾਂ ਅੰਤਰ ਮਨੋਂ ਸੱਚੇ ਢੰਗ ਦੇ ਨਾਲ ਕਰੀਏ ਔਰ ਸਭ ਤੋਂ ਵੱਡੀ ਗੱਲ ਕਿ ਅਹਿੰਸਾ ਦਾ ਪੱਲਾ ਆਪਾਂ ਫੜੀਏ। ਔਰ ਅੱਜ ਉਹ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਆ ਜਿਹਦੇ ਨਾਲ ਸਾਡਾ ਜਿਹੜਾ ਲੋਕਾਈ ਹੈ ਉਹ ਜੂਝ ਰਹੀ ਹੈ। ਆਪਾਂ ਜੇ ਗੱਲ ਕਰੀਏ ਕਿ ਅਹਿੰਸਾ ਦੀ ਗੱਲ ਕਰੀਏ, ਅਮੀਰ ਬਣਨ ਦੇ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਕੰਮ ਨਾ ਕਰਨਾ ਪਵੇ ਇਸ ਤੋਂ ਪਿੱਛੇ ਹਟ ਰਹੇ ਹਾਂ। ਖੇਤੀਬਾੜੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਤਾਂ ਸਾਡੇ ਨੌਜਵਾਨ ਜਿਹੜੇ ਆ ਉਹ ਖੇਤਾਂ 'ਚ ਵੜਦੇ ਹੀ ਨਹੀਂ, ਉਹ ਦੂਸਰੀ ਜਿਹੜੇ ਦੂਜੇ ਪ੍ਰਾਂਤਾਂ 'ਚੋਂ ਲੇਬਰ ਆਉਂਦੀ ਆ ਉਹਦੇ ਉੱਤੇ ਨਿਰਭਰ ਕਰਦੇ ਆ। ਔਰ ਜ਼ਿਆਦਾ ਕੰਮ ਕਰਨ ਲਈ ਜਿਹੜੇ ਨਸ਼ੇ ਹੈ ਉਹਦਾ ਸਹਾਰਾ ਲਿਆ ਜਾ ਰਿਹਾ ਹੈ, ਉਹ ਹਤਾਸ਼ ਹੋ ਜਾਂਦੇ ਆ, ਫਿਰ ਉਹ ਨਸ਼ਿਆਂ ਦਾ ਸਹਾਰਾ ਲੈਂਦੇ ਆ। ਕੁਛ ਬਾਹਰਲੇ ਮੁਲਕ ਸਾਡੇ ਜਿਹੜੇ ਦੁਸ਼ਮਣ ਆ ਸਾਡੇ, ਉਹ ਚਾਹੁੰਦੇ ਆ ਕਿ ਇੱਥੇ ਦਾ ਜਿਹੜਾ ਭਵਿੱਖ ਹੈ ਖਰਾਬ ਹੋਵੇ, ਇੱਥੇ ਦੀ ਨੌਜਵਾਨੀ ਜਿਹੜੀ ਹੈ ਉਹ ਡਿਸਟਰਬ ਹੋ ਜਾਏ। ਜਿਹੜੇ ਹੈ ਉਬੇਰ ਵਰਗੀਆਂ ਜੇ ਟੈਕਸੀਆਂ ਉਹ ਵੀ ਚਲਾਉਂਦੇ ਦਿਖਣਗੇ ਔਰ ਬੱਸਾਂ ਵੀ ਚਲਾਉਂਦੇ ਦਿਸਣਗੇ, ਟਰੱਕ ਚਲਾਉਂਦੇ ਤੁਹਾਨੂੰ ਨਜ਼ਰ ਆਉਣਗੇ ਔਰ ਗਰੋਸਰੀ ਸ਼ਾਪ ਦੇ ਵਿੱਚ ਉਹ ਫਿਜ਼ੀਕਲ ਕੰਮ ਕਰਦੇ ਤੁਹਾਨੂੰ ਨਜ਼ਰ ਆਉਣਗੇ ਔਰ ਵੱਡੇ ਵੱਡੇ ਸਟੋਰਾਂ ਦੇ ਵਿੱਚ ਉਹ ਸਮਾਨ ਢੋਂਦੇ ਵੀ ਨਜ਼ਰ ਆਉਣਗੇ। ਇਹ ਜੇ ਆਪਾਂ ਬਾਹਰ ਕਰ ਸਕਦੇ ਹਾਂ ਤਾਂ ਆਪਾਂ ਇੱਥੇ ਕਿਉਂ ਨਹੀਂ ਕਰ ਸਕਦੇ? ਗੱਲ ਸਿਰਫ ਸੋਚ ਦੀ ਹੈ। ਔਰ ਦੇਖੋ ਦੇਖੀ ਇੱਕ ਸਾਡਾ ਜਿਹੜਾ ਕਲਚਰ ਇਸ ਤਰ੍ਹਾਂ ਬਣ ਗਿਆ ਕਿ ਆਪਾਂ ਮੇਰਾ ਬੱਚਾ ਗਿਆ, ਗੁਆਂਢੀ ਦਾ ਗਿਆ, ਅਤੇ ਮੈਂ ਵੀ ਜਾਵਾਂ। ਔਰ ਉਹਨਾਂ ਦਾ ਬੱਚਾ, ਪੇਰੈਂਟਸ ਵੀ ਕਹਿਣ ਲੱਗੇ ਦੇਖੋ ਉਹਨਾਂ ਦਾ ਬੱਚਾ ਉੱਥੇ ਗਿਆ, ਉਹਨਾਂ ਦੀ ਲੜਕੀ ਉੱਥੇ ਗਈ ਹੈ। ਪਬਲਿਕ ਦੀ ਮੋਰੈਲਿਟੀ ਹੈ, ਗੌਰਮੈਂਟਾਂ ਦੀ ਮੋਰੈਲਿਟੀ ਹੈ, ਦਫ਼ਤਰਾਂ ਦੀ ਮੋਰੈਲਿਟੀ ਹੈ ਔਰ ਨਿਜ਼ਾਮ ਜਿਹੜਾ ਹੈ ਉਸ ਦੀ ਜਿਹੜੀ ਮੋਰੈਲਿਟੀ ਹੈ ਉਹਦੇ ਨਾਲ ਤਾਂ ਸਾਰਾ ਸਿਸਟਮ ਸਹੀ ਚੱਲੇਗਾ। ਜਿਹੜੀ ਸਾਡੀ ਪ੍ਰਾਈਵੇਟ ਮੋਰੈਲਿਟੀ ਹੈ ਕਿ ਆਪਾਂ ਆਪਣੇ ਵਿੱਚੋਂ ਇਹ ਚੀਜ਼ ਕੱਢਦੀ ਹੈ ਕਿ ਗਲਤ ਪ੍ਰੈਕਟਿਸ ਕਰਨੀ ਹੈ। ਜਯੰਤੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਮਹਾਤਮਾ ਗਾਂਧੀ ਜੀ ਨੇ ਆਪਣਾ ਪੂਰਾ ਜੀਵਨ ਜਿਹੜਾ ਹੈ ਸਾਨੂੰ ਸੁਤੰਤਰਤਾ ਆਜ਼ਾਦੀ ਦਿਲਾਉਣ 'ਚ ਦੇ ਦਿੱਤਾ। ਉਹਨਾਂ ਨੇ ਸੱਤਿਆ ਅਤੇ ਅਹਿੰਸਾ ਦਾ ਇੱਕ ਨਾਰਾ ਉਠਾਇਆ, ਸਭ ਨੂੰ ਇਸ ਪਥ 'ਤੇ ਰਹਿਣ ਦੀ, ਇਸ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਪਰ ਕੀ ਇਹ ਹੈ ਬਾਪੂ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ? ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਜਗਤਾਰ ਸਿੰਘ ਧੀਮਾਨ ਜੀ, ਜੋ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ VC ਨੇ। ਡਾਕਟਰ ਸਾਹਿਬ, ਸਵਾਗਤ ਤੁਹਾਡਾ ਬਹੁਤ-ਬਹੁਤ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਦਰਸ਼ਕਾਂ ਨੂੰ ਦੱਸ ਰਹੀ ਹਾਂ ਪਹਿਲੇ ਕਿ ਇਹ ਹੈ ਬਾਪੂ ਜੀ ਦੇ ਸੁਪਨਿਆਂ ਦਾ ਭਾਰਤ, ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦੇ ਜੀਵਨ ਤੋਂ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਹੈ? ਬਿਲਕੁਲ, ਬਹੁਤ-ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਚੈਨਲ ਪੰਜਾਬ AM/PM ਦੇ ਸਮੁੱਚੇ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਦਰਸ਼ਕ ਵਸਦੇ ਹਨ ਉਹਨਾਂ ਨੂੰ ਮੈਂ ਗਾਂਧੀ ਜਯੰਤੀ ਦੀਆਂ ਬਹੁਤ ਮੁਬਾਰਕ ਪੇਸ਼ ਕਰਦਾ। ਔਰ ਮਹਾਤਮਾ ਗਾਂਧੀ ਜੀ ਨੂੰ ਆਪਾਂ ਸਾਰੇ ਜਾਣਦੇ ਹਾਂ ਔਰ ਜਿਵੇਂ ਤੁਸੀਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਜੋ ਸੁਪਨਾ ਲਿਆ ਸੀ ਕਿ ਕਿਸ ਤਰ੍ਹਾਂ ਦਾ ਭਾਰਤ ਹੋਵੇ, ਕੀ ਉਹ ਅੱਜ ਉਹ ਭਾਰਤ ਆਪਾਂ ਸਿਰਜ ਸਕੇ ਹਾਂ ਕਿ ਨਹੀਂ ਸਿਰਜ ਸਕੇ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਜਦੋਂ ਆਪਾਂ ਗਾਂਧੀ ਜੀ ਦੀ ਗੱਲ ਕਰਦੇ ਹਾਂ, ਗਾਂਧੀ ਜੀ ਦਾ ਜਿਹੜਾ ਜੀਵਨ ਸੀ ਉਹ ਇੰਨਾ ਸਾਦਾ ਜੀਵਨ ਸੀ ਔਰ ਜਿਸ ਵੇਲੇ ਆਪਾਂ ਗਾਂਧੀ ਜੀ ਦੀ ਫੋਟੋ ਦੇਖਦੇ ਹਾਂ ਜਾਂ ਗਾਂਧੀ ਜੀ ਦਾ ਕੋਈ ਸਕੈਚ ਦੇਖਦੇ ਹਾਂ ਤਾਂ ਉਹਦੇ 'ਚੋਂ ਇੱਕ ਸਿੰਪਲਿਸਿਟੀ ਦੀ ਝਲਕ ਮਿਲਦੀ ਹੈ ਕਿ ਇੱਕ ਬਹੁਤ ਹੀ ਸਾਦਾਪਨ, ਬਿਲਕੁਲ ਇੱਕ ਧੋਤੀ ਜਾਂ ਸਿਰਫ ਇੱਕ ਉਹਨਾਂ ਦਾ ਮੱਥਾ ਔਰ ਇੱਕ ਐਨਕ ਬਣਾ ਦਿਓ ਤਾਂ ਉਹ ਸਮਝਦੇ ਪਹਿਚਾਣ ਹੋ ਜਾਂਦੀ ਹੈ ਕਿ ਗਾਂਧੀ ਜੀ ਦਾ ਸਕੈਚ ਹੈ। ਔਰ ਇੰਨੀ ਸਿੰਪਲਿਸਿਟੀ। ਦੂਸਰਾ ਉਹਨਾਂ ਦੇ ਵਿੱਚ ਇਹ ਸੀ ਕਿ ਕਹਿਣੀ ਅਤੇ ਕਰਨੀ 'ਚ ਜਿਹੜਾ ਫਰਕ ਨਹੀਂ ਹੋਣਾ ਚਾਹੀਦਾ। ਅੱਜ ਕੱਲ੍ਹ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਕਹਿਣੀ ਅਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੋਣ ਕਰਕੇ ਸਾਹਮਣੇ ਆ ਜਾਂਦੀ ਹੈ ਔਰ ਇਹ ਇੱਕ ਆਪਣੇ ਆਪ 'ਚ ਇੱਕ ਬਹੁਤ ਵੱਡਾ ਵਿਸ਼ਾ ਹੈ। ਤੀਸਰਾ ਉਹਨਾਂ ਨੇ ਇਹ ਕਿਹਾ ਕਿ ਕਿਰਤ ਕਰੋ, ਆਪ ਡਿਗਨਿਟੀ ਆਫ ਵਰਕ ਜਿਹੜਾ ਹੈ, ਖੁਦ ਚਰਖਾ ਕੱਤਿਆ ਉਹਨਾਂ ਨੇ ਔਰ ਚਰਖਾ ਕੱਤ ਕੇ ਉਹ ਕਹਿੰਦੇ ਵੀ ਹਰ ਇੱਕ ਨੂੰ ਆਤਮ ਨਿਰਭਰ ਬਣਨਾ ਚਾਹੀਦਾ। ਸਭ ਨੂੰ ਖਾਦੀ ਪਹਿਨਣਾ ਆਪਣੇ ਆਪ ਦੇ ਵਿੱਚ ਇੱਕ ਸਿੰਪਲਿਸਿਟੀ ਦਾ ਪ੍ਰਤੀਕ ਹੈ ਔਰ ਖਾਦੀ ਨੂੰ ਖੁਦ ਤਿਆਰ ਕਰਨਾ, ਚਰਖਾ ਕੱਤ ਕੇ ਤਿਆਰ ਕਰਨਾ, ਇਹ ਇੱਕ ਡਿਲੀਜੈਂਸ ਜਾਣੀ ਕਿ ਕੰਮ ਕਰਨ ਦੀ ਜਿਹੜੀ ਪ੍ਰਥਾ ਹੈ ਉਸ ਦੀ ਤਰਜਮਾਨੀ ਜਿਹੜਾ ਉਹ ਗੱਲ ਕਰਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਇੱਕ ਬਹੁਤ ਵੱਡਾ ਤਜਰਬਾ ਕੀਤਾ ਕਿ ਆਪਾਂ ਆਪਣੇ ਆਪ ਨੂੰ ਚੇਂਜ ਕਰੀਏ। ਗਾਂਧੀ ਜੀ ਦੀ ਸਭ ਤੋਂ ਵੱਡੀ ਇੱਕ ਕਹਾਵਤ ਇਹ ਹੈ ਕਿ ਜੇ ਤੁਸੀਂ ਦੁਨੀਆ ਬਦਲਣਾ ਚਾਹੁੰਦੇ ਹੋ ਤਾਂ ਸੰਭਵ ਹੈ, ਲੇਕਿਨ ਤੁਹਾਨੂੰ ਖੁਦ ਨੂੰ ਬਦਲਣਾ ਪਏਗਾ। ਇਫ ਯੂ ਵਾਂਟ ਟੂ ਬ੍ਰਿੰਗ ਏ ਚੇਂਜ ਇਨ ਦੀ ਵਰਲਡ, ਸੋ ਟਰਾਈ ਟੂ ਬੀ ਵਟ ਯੂ ਵਾਂਟ ਦੀ ਵਰਲਡ ਟੂ ਬੀ। ਅਤੇ ਇਹ ਉਹਨਾਂ ਦਾ ਜਿਹੜਾ ਸੰਦੇਸ਼ ਹੈ ਇਹ ਦੱਸਦਾ ਕਿ ਆਪਾਂ ਇੱਕ ਸਾਦਾ ਜੀਵਨ ਬਤੀਤ ਕਰੀਏ, ਆਪਾਂ ਮਿਹਨਤ ਕਰੀਏ,
ਆਪਾਂ ਕਹਿਣੀ ਕਥਨੀ 'ਚ ਫਰਕ ਨਾ ਲਿਆਉਣ ਦਈਏ, ਆਪਾਂ ਅੰਤਰ ਮਨੋਂ ਸੱਚੇ ਢੰਗ ਦੇ ਨਾਲ ਕਰੀਏ। ਔਰ ਸਭ ਤੋਂ ਵੱਡੀ ਗੱਲ ਕਿ ਅਹਿੰਸਾ ਦਾ ਪੱਲਾ ਆਪਾਂ ਫੜੀਏ। ਔਰ ਉਹਨਾਂ ਨੇ ਬਹੁਤ ਵੱਡਾ ਤਜਰਬਾ ਕੀਤਾ, ਜਿਹਦੀ ਦੁਨੀਆ ਭਰ ਦੇ ਵਿੱਚ ਉਦਾਹਰਨ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਅਹਿੰਸਾ ਦਾ ਸਹਾਰਾ ਲਿਆ। ਆਮ ਤੌਰ 'ਤੇ ਕਿਤੇ ਲੜਾਈ ਹੁੰਦੀ, ਗੋਲੀ ਚੱਲਦੀ, ਕਸ਼ੀਦਗੀ ਹੁੰਦੀ ਹੈ, ਕਤਲੋ ਗਾਰਤ ਹੁੰਦੀ ਹੈ, ਲੇਕਿਨ ਬੇਸਿਕਲੀ ਗਾਂਧੀ ਜੀ ਦੀ ਜਿਹੜੀ ਫਿਲਾਸਫੀ ਸੀਗੀ ਉਹ ਅਹਿੰਸਾ ਦੀ ਸੀ, ਕਿਸੇ ਜੀਵ ਨੂੰ ਦੁੱਖ ਨਾ ਦੇਣਾ। ਤਾਂ ਹੀ ਉਹਨਾਂ ਨੂੰ ਮਹਾਤਮਾ ਗਾਂਧੀ ਕਿਹਾ, ਇਸੇ ਕਰਕੇ ਉਹਨਾਂ ਨੂੰ ਮਹਾਤਮਾ ਕਿਹਾ ਜਾਂਦਾ ਹੈ। ਮਹਾਤਮਾ, ਹਾਂਜੀ ਹਾਂ ਬਿਲਕੁਲ। ਔਰ ਤੁਸੀਂ ਕਿਹਾ ਕਿ ਆਪਾਂ ਉਹਨਾਂ ਦਾ ਜਿਹੜੀ ਸੋਚ ਸੀ ਕਿ ਉਸ ਦੇ ਮੁਤਾਬਕ ਭਾਰਤ ਨੂੰ ਸਿਰਜ ਸਕੇ। ਆਜ਼ਾਦੀ ਤਾਂ ਮਿਲ ਗਈ, ਲੇਕਿਨ ਆਪਾਂ ਆਜ਼ਾਦੀ ਨੂੰ ਜਿਹੜਾ ਮੇਨਟੇਨ ਨਹੀਂ ਕਰ ਪਾਏ, ਆਪਾਂ ਆਜ਼ਾਦੀ ਨੂੰ ਚੰਗੀ ਤਰ੍ਹਾਂ ਮਾਣ ਨਹੀਂ ਪਾਏ, ਕਿਉਂਕਿ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਹੀ ਨਹੀਂ ਪਾਏ। ਔਰ ਅੱਜ ਉਹ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਆ ਜਿਹਦੇ ਨਾਲ ਸਾਡਾ ਜਿਹੜਾ ਲੋਕਾਈ ਹੈ ਉਹ ਜੂਝ ਰਹੀ ਹੈ। ਆਪਾਂ ਜੇ ਗੱਲ ਕਰੀਏ ਕਿ ਅਹਿੰਸਾ ਦੀ ਗੱਲ ਕਰੀਏ, ਆਪਾਂ ਅਹਿੰਸਾ ਛੱਡ ਬੈਠੇ ਹਾਂ। ਨਿੱਕੀ ਨਿੱਕੀ ਗੱਲ 'ਤੇ ਆਪਾਂ ਝਗੜਦੇ ਹਾਂ, ਆਪਾਂ ਟੋਲਰੈਂਸ ਸਾਡੇ ਦੇ ਵਿੱਚ ਖਤਮ ਹੋ ਗਈ ਹੈ। ਇੱਕ ਨੇ ਗੱਲ ਕਹੀ, ਦੂਸਰਾ ਉਹਨੂੰ ਸਹਾਰਦਾ ਨਹੀਂ। ਬਹੁਤੀਆਂ ਲੜਾਈ ਝਗੜੇ ਦੀ ਜਿਹੜੀ ਜੜ੍ਹ ਹੈ ਉਹ ਇਨਟੋਲਰੈਂਸ ਹੈ। ਖਾਸ ਕਰਕੇ ਫੈਮਲੀ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਹੈ ਉਹ ਸਾਡੇ ਵਿੱਚੋਂ ਗਾਇਬ ਹੁੰਦੀਆਂ ਜਾਪ ਰਹੀਆਂ ਹਨ। ਰਾਮ ਰਾਜ ਦੀ ਗੱਲ ਕਰਦੇ ਸੀ, ਸਹਿਨਸ਼ੀਲਤਾ ਦੀ ਗੱਲ ਕਰਦੇ ਸੀ, ਅਹਿੰਸਾ ਦੀ ਗੱਲ ਕਰਦੇ ਸੀ, ਮਿਹਨਤ ਕਰਨ ਦੀ ਗੱਲ ਕਰਦੇ ਸੀ, ਭਾਈਚਾਰੇ ਦੀ ਗੱਲ ਕਰਦੇ ਸੀ। ਅੱਜ ਆਪਾਂ ਦੇਖਦੇ ਹਾਂ ਕਿ ਦੇਸ਼ ਵਿੱਚ ਕਈ ਲਿੰਚਿੰਗ ਹੋ ਜਾਂਦੀ ਹੈ, ਕਈ ਇੱਕ ਮਜ਼ਹਬ ਦੂਸਰੇ ਦੇ ਨਾਲ ਲੜਾਈ ਝਗੜਾ ਕਰੀ ਬੈਠਾ, ਔਰ ਇੱਕ ਦੂਸਰੇ ਦਾ ਮਨ ਜਿਹੜਾ ਹੈ ਉਹ ਮਨ ਮੁਟਾਵ ਤੋਂ ਬਸ ਸੋਚ ਵਿੱਚ ਮਨ। ਜਦੋਂ ਕਿ ਸਾਰੇ ਕਹਿੰਦੇ ਆ ਕਿ ਸਾਰੇ ਰਿਲੀਜਨ ਨੇ, ਕਹਿੰਦੇ ਹਿੰਦੂ ਸਿੱਖ ਮੁਸਲਿਮ ਸਭ ਭਾਈ ਭਾਈ, ਪਰ ਫਿਰ ਵੀ ਜਿਹੜੇ ਉਹ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਹਨ ਭਾਈ ਭਾਈ। ਉਹ ਆਪਾਂ ਇਹ ਚੀਜ਼ ਨੂੰ ਗਾਂਧੀ ਜੀ ਨੇ ਸੰਦੇਸ਼ ਦਿੱਤਾ ਸੀ, ਔਰ ਸਾਡਾ ਜਿਹੜੇ ਪੁਰਖੇ ਉਹਨਾਂ ਦਾ ਵੀ ਸੰਦੇਸ਼ ਇਹੀ ਸੀ। ਤੇ ਇਹ ਆਪਾਂ ਬਹੁਤ ਇੱਕ ਪਿੱਛੇ ਚੱਲ ਰਹੇ ਹਾਂ ਜਿੱਥੋਂ ਤੱਕ ਸਵਾਲ ਹੈ ਕਿ ਗਾਂਧੀ ਜੀ ਨੇ ਕਿਸ ਤਰ੍ਹਾਂ ਦਾ ਸੁਪਨਾ ਜਿਹੜਾ ਹੈ ਉਹ ਸਿਰਜਿਆ ਸੀਗਾ ਭਾਰਤ ਦੀ ਰਚਨਾ ਕਰਨ ਵਾਸਤੇ। ਇੱਕ ਰਾਮ ਰਾਜ ਦਾ ਸੁਪਨਾ ਸੀਗਾ ਉਹ, ਲੇਕਿਨ ਉਹ ਰਾਮ ਰਾਜ ਆਪਾਂ ਕਾਗਜ਼ਾਂ 'ਚ ਤਾਂ ਪਾਵਾਂ ਹੋਏਗਾ, ਲੇਕਿਨ ਅਸਲੀਅਤ ਦੇ ਵਿੱਚ ਆਪਾਂ ਉਸ ਤੋਂ ਬਹੁਤ ਪਿੱਛੇ ਹਟ ਰਹੇ ਹਾਂ। ਕਿੰਨੀ ਆਪਾਂ ਇੱਕ ਦੇਖਾ ਦਿਖਾਈ ਵਾਲੀ ਦੁਨੀਆ ਵਿੱਚ ਜੀ ਰਹੇ ਹਾਂ। ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਵੀ ਬੜੀ ਨਸ਼ਿਆਂ ਵੱਲ ਚਲੀ ਗਈ। ਇਹ ਕਿਵੇਂ ਤੁਸੀਂ ਦੇਖਦੇ ਹੋ, ਕੀ ਕਾਰਨ ਰਿਹਾ ਕਿ ਹੁਣ ਆਪਾਂ ਨੂੰ ਇੱਕ ਮੁਹਿੰਮ ਚਲਾਉਣੀ ਪੈ ਰਹੀ ਹੈ ਕਿ ਬੇਟਾ ਬਚਾਓ, ਜਾਂ ਇਹ ਕੀ ਕਾਰਨ ਰਿਹਾ? ਦੇਖੋ, ਆਪਾਂ ਜਿਹੜਾ ਇਹ ਕਹਿੰਦੇ ਆ ਕਿ ਆਪਣੇ ਆਪ ਨੂੰ ਸ਼ੁੱਧ ਰੱਖਣਾ, ਆਪਣੇ ਦੇ ਉੱਤੇ ਸੰਜਮ ਰੱਖਣਾ, ਗਾਂਧੀ ਜੀ ਦਾ ਸੰਦੇਸ਼ ਸੀਗਾ। ਆਪਾਂ ਸੰਜਮ ਨਹੀਂ ਰੱਖ ਰਹੇ, ਆਪਾਂ ਓਵਰਨਾਈਟ ਅਮੀਰ ਬਣਨ ਦੇ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਕੰਮ ਨਾ ਕਰਨਾ ਪਵੇ ਇਸ ਤੋਂ ਪਿੱਛੇ ਹਟ ਰਹੇ ਹਾਂ। ਖੇਤੀਬਾੜੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਤਾਂ ਸਾਡੇ ਨੌਜਵਾਨ ਜਿਹੜੇ ਆ ਉਹ ਖੇਤਾਂ 'ਚ ਵੜਦੇ ਹੀ ਨਹੀਂ। ਉਹ ਦੂਜੇ ਪ੍ਰਾਂਤਾਂ 'ਚੋਂ ਲੇਬਰ ਆਉਂਦੀ ਆ ਉਹਦੇ ਉੱਤੇ ਨਿਰਭਰ ਕਰਦੇ ਆ, ਔਰ ਜ਼ਿਆਦਾ ਕੰਮ ਕਰਨ ਲਈ ਜਿਹੜੇ ਨਸ਼ੇ ਹੈ ਉਹਦਾ ਸਹਾਰਾ ਲਿਆ ਜਾ ਰਿਹਾ ਹੈ। ਔਰ ਜਿਸ ਵੇਲੇ ਸਾਨੂੰ ਇਹਦੇ ਨਸ਼ੇ ਦੇ ਕਈ ਫੈਕਟਰ ਹੋ ਸਕਦੇ ਆ ਕਿ ਜਦੋਂ ਆਪਾਂ ਪੜ੍ਹ ਲਿਖ ਤਾਂ ਗਏ ਆ, ਸਾਡੇ ਬੱਚੇ ਨੌਜਵਾਨ ਜਿਹੜੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਉਹ ਹਤਾਸ਼ ਹੋ ਜਾਂਦੇ ਆ, ਫਿਰ ਉਹ ਨਸ਼ਿਆਂ ਦਾ ਸਹਾਰਾ ਲੈਂਦੇ ਆ। ਕੁਛ ਬਾਹਰਲੇ ਮੁਲਕ ਸਾਡੇ ਜਿਹੜੇ ਦੁਸ਼ਮਣ ਆ ਸਾਡੇ, ਉਹ ਚਾਹੁੰਦੇ ਆ ਕਿ ਇੱਥੇ ਦਾ ਜਿਹੜਾ ਭਵਿੱਖ ਹੈ ਖਰਾਬ ਹੋਵੇ, ਇੱਥੇ ਦੀ ਨੌਜਵਾਨੀ ਜਿਹੜੀ ਹੈ ਉਹ ਡਿਸਟਰਬ ਹੋ ਜਾਏ। ਇਸ ਕਰਕੇ ਨਸ਼ੇ ਉਹਨਾਂ ਨੇ ਭੇਜਣੇ ਸ਼ੁਰੂ ਕਰਤੇ ਹੈ। ਕੁਝ ਸਾਡੇ ਲੋਕ ਵੀ ਜਿਹੜੇ ਉਹ ਨਸ਼ਿਆਂ ਨੂੰ ਅੱਗੇ ਤੋਰਨ ਦੇ ਵਿੱਚ ਮਦਦ ਉਹਨਾਂ ਨੇ ਕੀਤੀ ਹੈ, ਜਿਹਦੇ ਕਰਕੇ ਸਾਡੇ ਨੌਜਵਾਨਾਂ ਦੇ ਵਿਹੜੇ ਤੱਕ ਨਸ਼ੇ ਪਹੁੰਚ ਗਏ ਹੈ, ਔਰ ਉਹ ਨਸ਼ਿਆਂ ਦਾ ਜਿਹੜਾ ਸ਼ਿਕਾਰ ਹੋ ਗਏ ਹੈ, ਔਰ ਉਹਨਾਂ ਨੇ ਆਪਣੇ ਆਪ ਨੂੰ ਤਬਾਹ ਕਰ ਲਿਆ। ਨਾਲੇ ਦੇਸ਼ ਦਾ ਜਿਹੜਾ ਤਬਾਹੀ ਵੱਲ ਨੂੰ ਆਪਾਂ ਨੂੰ ਲੈ ਕੇ ਉਹ ਜਾ ਰਹੇ ਹੈ। ਉਹਨਾਂ ਨੇ ਆਪਣਾ ਭਵਿੱਖ ਉਜਵਲ ਕਰਨ ਦੀ ਥਾਂ ਦੇ ਉੱਤੇ ਭਵਿੱਖ ਜਿਹੜਾ ਵਿਗਾੜ ਲਿਆ ਨਸ਼ਿਆਂ ਦੇ ਲੜ ਲੱਗ ਕੇ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਔਰ ਮੈਂ ਸਮਝਦਾ ਕਿ ਇਹੀ ਇੱਕ ਕਾਰਨ ਆ। ਤੁਸੀਂ ਕਹਿ ਰਹੇ ਹੋ ਕਿ ਸਾਡੇ ਨੌਜਵਾਨ ਬਾਹਰ ਜਾ ਰਹੇ ਆ, ਬਾਹਰ ਜਾਣ ਦਾ ਕਾਰਨ ਇੱਕ ਵੱਡਾ ਇਹ ਹੈ ਕਿ ਪੇਰੈਂਟਸ ਵੀ ਕਹਿਣ ਲੱਗ ਗਏ ਆ ਕਿ ਬੱਚੇ ਇੱਥੇ ਜਿਹੜੇ ਨਸ਼ਿਆਂ ਦੇ ਵਿੱਚ ਸੇਫ ਨਹੀਂ ਹੈਗੇ, ਉਹ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ। ਉਹਨਾਂ ਨੂੰ ਕਹਿੰਦੇ ਛੇਤੀ ਬਾਹਰ ਭੇਜੋ, ਕੋਈ ਨਾ ਕੋਈ ਬਹਾਨਾ ਲੈ ਕੇ। ਉਹਦੇ ਨਾਲ ਆਈਲੈਟਸ ਦੇ ਥਾਂ ਤੇ ਤੁਸੀਂ ਦੇਖੋ ਕਿ ਦਰਖਤਾਂ ਦੇ ਉੱਤੇ ਬੋਰਡ ਲੱਗੇ, ਪਿੰਡਾਂ ਤੱਕ ਆਈਲੈਟਸ ਦੀ ਜਿਹੜੀ ਦੁਕਾਨਾਂ ਉਹ ਚੱਲ ਪਈਆਂ। ਉਹ ਇਹ ਸਮਝਦੇ ਪਤਾ ਨਹੀਂ ਇਹ ਕਿੱਡਾ ਕੁ ਵੱਡਾ ਕੋਰਸ ਹੈ। ਪੰਜਾਬੀਆਂ ਨੂੰ ਲੈ ਕੇ ਪੰਜਾਬੀ ਜਿਹੜੇ ਆ ਉਹ ਆਈਲੈਟਸ ਕਰਕੇ ਤੇ ਕੋਸ਼ਿਸ਼ ਕਰਦੇ ਆ ਵੀ ਕੋਈ ਨਾ ਕੋਈ ਸਾਨੂੰ ਤਰੀਕਾ ਲੱਭੇ ਔਰ ਆਪਾਂ ਬਾਹਰ ਜਾਈਏ। ਬਾਹਰ ਜਾ ਕੇ ਤੇ ਪੇਰੈਂਟਸ ਵੀ ਕਹਿੰਦੇ ਚਲੋ ਇਸ ਜੰਗਲ 'ਚੋਂ ਤਾਂ ਨਿਕਲੇ ਆ, ਇਸ ਨਸ਼ੇ ਵਾਲੇ ਮਾਹੌਲ 'ਚੋਂ ਤਾਂ ਬੱਚਾ ਸਾਡਾ ਬਾਹਰ ਗਿਆ। ਇਹੀ ਕਾਰਨ ਹੈ ਕਿ ਸਾਡੇ ਬੱਚੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ, ਔਰ ਇਹਦੇ ਬਹੁਤ ਲੰਬੇ ਜਿਹੜੇ ਕੰਸੀਕੁਐਂਸਸ ਆ, ਇਹਦਾ ਜ਼ਿਆਦਾ ਨਤੀਜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੇ। ਪਹਿਲਾਂ ਬੱਚਾ ਬਾਹਰ ਜਾਂਦਾ,
ਬੱਚੇ ਦੇ ਫਿਰ ਉੱਥੇ ਸੈੱਟ ਹੋ ਜਾਂਦਾ, ਫਿਰ ਉਹ ਪੇਰੈਂਟਸ ਉਹਦੇ ਚਲੇ ਜਾਂਦੇ ਆ, ਫਿਰ ਜਿਹੜਾ ਘਰ-ਬਾਰ ਹੁੰਦਾ, ਜ਼ਮੀਨ ਹੁੰਦੀ ਹੈ, ਉਹ ਵਿਕ ਜਾਂਦੀ ਹੈ, ਉਹ ਪੈਸਾ ਸਾਰਾ ਬਾਹਰ ਚਲ ਜਾਂਦਾ। ਇਹ ਇੱਕ ਰਾਮਰਾਜ ਕਿੱਥੋਂ ਆਉਣਾ, ਇਹ ਇੱਕ ਹੋਰ ਹੀ ਤਰ੍ਹਾਂ ਦਾ ਚੱਕਰ ਚੱਲ ਪਿਆ, ਜਿਹਦੇ ਕਰਕੇ ਸਾਡੇ ਪੰਜਾਬ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਬੜੀ ਇਹ ਚਿੰਤਾ ਸਾਹਮਣੇ ਆ ਰਹੀ ਹੈ ਕਿ ਗਾਂਧੀ ਜੀ ਦਾ ਜਿਹੜਾ ਸੰਦੇਸ਼ ਸੀਗਾ, ਗਾਂਧੀ ਜੀ ਦੀ ਜਿਹੜੀ ਸੋਚ ਸੀਗੀ, ਆਪਾਂ ਉੱਥੋਂ ਕਿਤੇ ਪਰੇ ਹਟ ਕੇ ਕਿਸੇ ਹੋਰ ਰਸਤੇ 'ਤੇ ਚੱਲ ਪਏ ਹਾਂ। ਤੇ ਜਿਵੇਂ ਤੁਸੀਂ ਵਿਦੇਸ਼ਾਂ ਜਾਣ ਦੀ ਗੱਲ ਕੀਤੀ, ਰਾਦਰ ਵਿਦੇਸ਼ਾਂ ਵਿੱਚ ਜਾ ਕੇ ਜਿਹੜੀ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਉੱਥੇ ਦੂਜੇ ਵੀ ਕੰਮ ਕਰ ਲੈਂਦੇ ਨੇ ਜਿਹੜੇ ਇੱਥੇ ਨਹੀਂ ਕਰਦੇ, ਜਿਵੇਂ ਮੰਨ ਲਓ ਟਰੱਕ ਚਲਾਉਣਾ ਹੈ ਜਾਂ ਕੋਈ ਹੋਰ ਇਹੋ ਜਿਹੇ ਕੰਮ ਨੇ, ਤਾਂ ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੇ ਨੌਜਵਾਨਾਂ ਨੂੰ ਤੁਸੀਂ? ਦੇਖੋ, ਜਿਹੜੀ ਵਰਕ ਹੈਗਾ, ਆਪਾਂ ਕਰੋ ਕਿਰਤ ਕਰੋ, ਵੱਡ ਛਕੋ, ਨਾਮ ਜਪੋ, ਇਹ ਆਪਣਾ ਜਿਹੜਾ ਫਲਸਫਾ ਸੀਗਾ, ਸਾਡੇ ਪੁਰਖਿਆਂ ਨੇ, ਸਾਡੇ ਗੁਰੂਆਂ ਪੀਰਾਂ ਨੇ ਵੀ ਇਹ ਸੰਦੇਸ਼ ਦਿੱਤਾ। ਸਾਰੇ ਕੰਮ ਕਰਦੇ ਸੀ, ਪੰਜਾਬ ਬਹੁਤ ਅੱਗੇ ਸੀ, ਪੰਜਾਬ ਦੇ ਲੋਕ ਬਹੁਤ ਮਿਹਨਤੀ ਸੀਗੇ ਔਰ ਪੰਜਾਬ ਬਹੁਤ ਬੁਲੰਦੀਆਂ ਵੱਲ ਨੂੰ ਜਾ ਰਿਹਾ ਸੀ। ਲੇਕਿਨ ਜਿਸ ਵੇਲੇ ਆਪਾਂ ਕੰਮ ਇੱਥੇ ਕਰਨਾ ਛੱਡਤਾ, ਬਾਹਰਲੀ ਦੁਨੀਆ ਦੀ ਚਕਾਚੌਂਧ ਵੱਲ ਨੂੰ ਅਸੀਂ ਖਿੱਚੇ ਗਏ, ਚਾਹੇ ਕਾਰਨ ਕੋਈ ਵੀ ਹੋਵੇ, ਉੱਥੇ ਜਾ ਕੇ ਕੋਈ ਵੀ ਕੰਮ ਮਿਲੇ ਅਸੀਂ ਬੜੇ ਖੂਬੀ ਕਰ ਰਹੇ ਹਾਂ। ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਹੋ ਬਾਹਰ, ਤਾਂ ਤੁਹਾਨੂੰ ਆਪਣੇ ਪੰਜਾਬੀ ਕੁੜੀਆਂ ਮੁੰਡੇ ਜਿਹੜੇ ਆ ਉਹ ਤੁਹਾਨੂੰ ਸਫਾਈ ਕਰਨ ਦੇ ਵੀ ਨਜ਼ਰ ਆਉਣਗੇ, ਤੁਹਾਨੂੰ ਉਹ ਟੋਇਲਟਸ ਦੇ ਬਾਹਰ ਖੜੇ ਵੀ ਨਜ਼ਰ ਆਉਣਗੇ, ਤੁਹਾਨੂੰ ਜਿਹੜੇ ਹੈ ਉਬੇਰ ਵਰਗੀਆਂ ਜਿਹੜੀਆਂ ਟੈਕਸੀਆਂ ਉਹ ਵੀ ਚਲਾਉਂਦੇ ਦਿਖਣਗੇ ਔਰ ਬੱਸਾਂ ਵੀ ਚਲਾਉਂਦੇ ਦਿਸਣਗੇ, ਟਰੱਕ ਚਲਾਉਂਦੇ ਤੁਹਾਨੂੰ ਨਜ਼ਰ ਆਉਣਗੇ ਔਰ ਗਰੋਸਰੀ ਸ਼ਾਪ ਦੇ ਵਿੱਚ ਉਹ ਫਿਜ਼ੀਕਲ ਕੰਮ ਕਰਦੇ ਤੁਹਾਨੂੰ ਨਜ਼ਰ ਆਉਣਗੇ ਔਰ ਵੱਡੇ ਵੱਡੇ ਸਟੋਰਾਂ ਦੇ ਵਿੱਚ ਉਹ ਸਮਾਨ ਢੋਂਦੇ ਵੀ ਨਜ਼ਰ ਆਉਣਗੇ। ਇਹ ਜੇ ਆਪਾਂ ਬਾਹਰ ਕਰ ਸਕਦੇ ਹਾਂ ਤਾਂ ਆਪਾਂ ਇੱਥੇ ਕਿਉਂ ਨਹੀਂ ਕਰ ਸਕਦੇ? ਗੱਲ ਸਿਰਫ ਸੋਚ ਦੀ ਹੈ ਔਰ ਉਸ ਸੋਚ ਨੂੰ ਅਮਲੀ ਰੂਪ ਦੇਣ ਦੀ ਬਜਾਏ ਆਪਾਂ ਬਾਹਰ ਵੱਲ ਨੂੰ ਭੱਜਦੇ ਆ। ਕਾਰਨ ਨਸ਼ੇ ਵੀ ਹੋ ਜਾਂਦੇ ਆ ਔਰ ਦੇਖੋ ਦੇਖੀ ਇੱਕ ਸਾਡਾ ਜਿਹੜਾ ਕਲਚਰ ਇਸ ਤਰ੍ਹਾਂ ਬਣ ਗਿਆ ਕਿ ਆਪਾਂ ਮੇਰਾ ਬੱਚਾ ਗਿਆ, ਗੁਆਂਢੀ ਦਾ ਗਿਆ ਤੇ ਮੈਂ ਵੀ ਜਾਵਾਂ ਔਰ ਉਹਨਾਂ ਦਾ ਬੱਚਾ, ਪੇਰੈਂਟਸ ਵੀ ਕਹਿਣ ਲੱਗੇ ਦੇਖੋ ਉਹਨਾਂ ਦਾ ਬੱਚਾ ਉੱਥੇ ਗਿਆ, ਉਹਨਾਂ ਦੀ ਲੜਕੀ ਉੱਥੇ ਗਈ ਹੈ, ਉਹ ਉੱਥੇ ਜੌਬ ਕਰ ਰਹੀ ਹੈ, ਦੇਖੋ ਸਿੰਬਲ ਹੀ ਸਮਝਦੇ ਨੇ ਕਿ ਸਾਡੇ ਬੱਚੇ ਬਾਹਰ ਨੇ। ਦੇਖੋ ਦੇਖੀ ਜਿਹੜੀ ਸ਼ੋਅ ਆਫ ਕਲਚਰ ਹੈ, ਇਹ ਸਟੇਟਸ ਸਿੰਬਲ ਤਾਂ ਹੈ ਹੀ ਹੈ। ਇਹ ਵੀ ਇੱਕ ਕਾਰਨ ਹੈ ਕਿ ਬੱਚੇ ਸਾਡੇ ਜਿਹੜੇ ਬਾਹਰ ਵਹੀਰਾਂ ਕੱਤ ਕੇ ਬਾਹਰ ਜਾ ਰਹੇ ਆ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਇਹਦਾ ਪ੍ਰਭਾਵ ਔਰ ਤੁਸੀਂ ਇਹ ਗੱਲ ਦੇਖੋਗੇ ਕਿ ਇੱਕ ਪੁਰਾਣਾ ਸਮਾਂ ਸੀ, ਜੇ ਕੋਈ ਬੱਚਾ ਬਾਹਰ ਚਲੇ ਜਾਂਦਾ ਸੀ ਨਾ, ਉੱਥੇ ਕਮਾਈ ਕਰਦਾ ਸੀ ਔਰ ਘਰ ਪੈਸੇ ਭੇਜਦਾ ਸੀ, ਘਰ ਦੀ ਜਿਹੜੀ ਆ ਦਿੱਖ ਹੀ ਬਦਲ ਜਾਂਦੀ ਸੀ ਕਿ ਇਹਨਾਂ ਦਾ ਬੱਚਾ ਬਾਹਰ ਗਿਆ। ਹੁਣ ਬੱਚਾ ਬਾਹਰ ਜਾਂਦਾ, ਘਰੋਂ ਪੈਸੇ ਮੰਗਾਉਂਦਾ ਔਰ ਘਰ ਦਾ ਜਿਹੜਾ ਹਾਲ ਹੈ ਉਹ ਮਾੜਾ ਹੁੰਦਾ ਜਾਂਦਾ। ਪੰਜਾਬ ਤੁਹਾਨੂੰ ਕਈ ਇਸ ਤਰ੍ਹਾਂ ਦੇ ਪਿੰਡ ਮਿਲਣਗੇ ਜਿੱਥੇ ਸਾਰੇ ਦੇ ਸਾਰੇ ਹੀ ਲੋਕ ਬਾਹਰ ਗਏ, ਖਾਸ ਕਰਕੇ ਦੁਆਬੇ ਦੇ ਵਿੱਚ ਘਰਾਂ ਨੂੰ ਲੋਕ ਲੱਗੇ ਆ, ਘਰ ਅੰਦਰ ਖੋਲੇ ਬਣ ਰਹੇ ਆ ਔਰ ਘਰ ਜਿਹੜੇ ਆ ਤਬਾਹ ਹੋ ਰਹੇ ਆ ਔਰ ਐਂ ਲੱਗਦਾ ਕਿ ਸਾਰਾ ਪੰਜਾਬ ਹੀ ਜਿਹੜਾ ਹੈ ਉਹ ਬਾਹਰ ਜਾ ਰਿਹਾ ਹੈ। ਤੇ ਇਹ ਤਾਂ ਤੁਸੀਂ ਗੱਲ ਕੀਤੀ ਨਸ਼ਿਆਂ ਦੀ ਔਰ ਲੋਕ ਆਪਣੇ ਪੰਜਾਬੀ ਜਿਹੜੇ ਨੇ ਜਾਂ ਸਪੈਸ਼ਲੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ। ਇੱਕ ਹੋਰ ਜਿਹੜਾ ਮੁੱਦਾ ਜਿਹੜਾ ਇੱਥੇ ਹੈ ਕਿ ਕਰਪਸ਼ਨ ਦਾ ਬਹੁਤ ਜ਼ਿਆਦਾ ਜਿਹੜੀ ਰਿਸ਼ਵਤ ਨੇ, ਚਾਹੇ ਸਰਕਾਰਾਂ ਇੰਨੇ ਉਪਰਾਲੇ ਵੀ ਕਰਦੀਆਂ ਨੇ ਪਰ ਉਹ ਠੱਲ ਨਹੀਂ ਪੈਂਦੀ ਗੀ, ਕੀ ਕਾਰਨ ਹੈ? ਦੇਖੋ, ਜਿਹੜੀ ਕਰਪਸ਼ਨ ਵੀ ਹੈ ਉਹਦਾ ਕਾਰਨ ਹੈ ਕਿ ਪਾਪੂਲੇਸ਼ਨ। ਮਹਾਤਮਾ ਗਾਂਧੀ ਨੇ ਆਪਣੇ ਸ਼ਬਦਾਂ ਦੇ ਵਿੱਚ, ਲਿਖਤੀ ਔਰ ਬੋਲਣ ਦੇ ਵਿੱਚ ਉਹਨਾਂ ਨੇ ਕਈ ਵਾਰੀ ਇਹ ਗੱਲ ਕਹੀ ਹੈ ਕਿ ਹਿੰਦੁਸਤਾਨ ਨੇ ਜੇ ਤਰੱਕੀ ਕਰਨੀ ਹੈ ਤਾਂ ਇੱਥੇ ਦੀ ਜਿਹੜੀ ਇਹ ਜਨਸੰਖਿਆ ਹੈ ਇਸ ਨੂੰ ਕੰਟਰੋਲ 'ਚ ਰੱਖਣਾ ਪਏਗਾ। ਜਨਸੰਖਿਆ ਸਾਡੀ ਵੱਧ ਰਹੀ ਹੈ, ਆਪਾਂ ਪਹਿਲਾਂ ਚੀਨ ਜਿਹੜਾ ਨੰਬਰ 1 'ਤੇ ਸੀ, ਹੁਣ ਆਪਾਂ 1 ਨੰਬਰ ਦੇ ਉੱਤੇ ਆ ਗਏ ਹਾਂ। ਜਿਸ ਵੇਲੇ ਮੰਗਣ ਵਾਲੇ ਜ਼ਿਆਦਾ ਹੋਣਗੇ, ਖਾਣ ਵਾਲੇ ਜ਼ਿਆਦਾ ਹੋਣਗੇ ਔਰ ਨੌਕਰੀਆਂ ਡਿਮਾਂਡ ਕਰਨ ਵਾਲੇ ਜ਼ਿਆਦਾ ਹੋਣਗੇ, ਕੰਪੀਟੀਸ਼ਨ ਵਧੇਗਾ। ਨੌਕਰੀ ਇੱਕ ਹੈ ਤੇ ਅਰਜ਼ੀ ਦੇਣ ਵਾਲੇ ਉੱਥੇ 10,000 ਹੈ, ਤਾਂ ਉਹਨਾਂ ਦੇ ਵਿੱਚ ਇੱਕ ਹੋੜ ਲੱਗ ਜਾਂਦੀ ਹੈ ਕਿ ਸਾਡਾ ਨੰਬਰ ਲੱਗ ਜਾਏ, ਸਾਡਾ ਨੰਬਰ ਲੱਗ ਜਾਏ, ਤੇ ਕਈ ਗਲਤ ਪ੍ਰੈਕਟਿਸ ਕਰਕੇ ਵਿੱਚ ਉਹ ਆ ਜਾਂਦੇ ਆ ਵਿਚੋਲੇ, ਉਹ ਫਿਰ ਕਰਪਸ਼ਨ ਨੂੰ ਜਿਹੜਾ ਹੈਗਾ ਉਹ ਬੜਾਵਾ ਮਿਲਦਾ। ਤੇ ਇਹ ਸਿਰਫ ਵੈਨ ਦੇਰ ਇਜ਼ ਕੰਪੀਟੀਸ਼ਨ, ਵੈਨ ਦੀ ਥਿੰਗਸ ਆਰ ਇਨ ਸ਼ਾਰਟ ਸਪਲਾਈ, ਉਸ ਵੇਲੇ ਕਰਪਸ਼ਨ ਨੂੰ ਜਿਹੜਾ ਹੈ ਉਹ ਇੱਕ ਪ੍ਰੋਤਸਾਹਨ ਮਿਲਦਾ। ਤੁਸੀਂ ਗੱਲ ਕਰਪਸ਼ਨ ਦੀ ਕਰ ਰਹੇ ਹੋ, ਕਿਤੇ ਨਾ ਕਿਤੇ ਆਪਾਂ ਵੀ ਇਹ ਕਰਦੇ ਹਾਂ ਕਿ ਹਾਂ ਜੀ ਦੇ ਦਿਓ, ਕੰਮ ਸਾਡਾ ਜਲਦੀ ਹੋ ਜਾਏ, ਹੈ ਨਾ। ਵੀ ਇੱਕ ਜਿਹੜੇ ਲੈਣ ਵਾਲੇ ਉਹ ਤਾਂ ਹੈਗੇ ਹੀ ਨਹੀਂ, ਆਪਾਂ ਕਹਿੰਦੇ ਵੀ ਉਹਨਾਂ ਨੂੰ ਪਕੜ ਲਾਂਗੇ, ਪਰ ਦੇਣ ਵਾਲੇ ਲੋਕ ਵੀ ਜਿਹੜੇ ਨੇ, ਦੇਣ ਵਾਲੇ ਲੋਕ ਆ ਨਾ, ਉਹਨਾਂ ਨੂੰ ਤਾਂ ਇਹ ਹੈ ਕਿ ਸਾਡਾ ਕੰਮ ਹੋ ਜਾਏ, ਕੰਪੀਟੀਸ਼ਨ ਬਹੁਤ ਆ, ਭੀੜ ਦੇ ਵਿੱਚ ਸਾਡਾ ਨੰਬਰ ਨਹੀਂ ਆਉਣਾ ਤੇ ਚਲੋ ਦੇ ਲੈ ਕੇ ਹੀ ਕੰਮ ਚਲਾ ਲਓ। ਔਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ, ਉੱਥੇ ਜਿਹੜੇ ਦਫ਼ਤਰਾਂ ਦੇ ਵਿੱਚ ਹੈ, ਜਿਹੜੇ ਉਹਨਾਂ ਨੂੰ ਫਾਈਲਾਂ ਨੂੰ ਡੀਲ ਕਰਨ ਵਾਲੇ ਆ, ਉਹਨਾਂ ਦੇ ਵਿੱਚ ਵੀ ਆ ਜਾਂਦਾ ਵੀ ਇਹ ਸਿਸਟਮ ਚੱਲ ਪਿਆ ਤਾਂ ਹੁਣ ਆਪਾਂ ਕਾਗਜ਼ ਤਾਂ ਹੀ ਗਾਂਹ ਤੋਰੀਏ, ਤੇ ਜੇ ਸਾਡੇ ਹੱਥ ਕੋਈ ਕਾਗਜ਼ ਨੂੰ ਪਹੀਏ ਲਾਊਗਾ ਕੋਈ, ਤਾਂ ਹੀ ਆਪਾਂ ਗੱਲ ਅੱਗੇ ਤੋਰਾਂਗੇ। ਸਿਸਟਮ ਬਣਨ ਦੀ ਲੋੜ ਹੈ। ਜੇ ਆਪਾਂ ਕਹੀਏ ਲੋਕ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ, ਜਾ ਰਹੇ ਨੇ, ਤਾਂ ਇੱਕ ਸਿਸਟਮ ਨਾਲ ਕੰਮ ਚੱਲਦਾ ਹੈ ਕਿ ਤਾਂ ਕਿ ਹਰ ਇੱਕ ਦਾ ਟਰਨ ਵਾਈਜ਼ ਨੰਬਰ ਆਉਣਾ ਹੈ। ਈਵਨ ਆਪਾਂ ਇੱਥੋਂ ਵੀ ਚੰਡੀਗੜ੍ਹ ਜਾਓ ਤਾਂ ਇੱਕ ਟ੍ਰੈਫਿਕ ਲਾਈਟ 'ਤੇ ਆਪਾਂ ਰੁਕ ਜਾਂਦੇ ਹਾਂ ਕਿ ਜਾ ਕੇ ਕਿ ਇਹ ਹੁਣ ਇੱਥੇ ਪੁਲਿਸ ਜਿਹੜੀ ਉਹ ਪਕੜੇਗੀ। ਸਟ੍ਰਿਕਨੈਸ ਕਿੰਨੀ ਕੁ ਹੋਣੀ ਚਾਹੀਦੀ? ਬਿਲਕੁਲ, ਇੱਕ ਤਾਂ ਅੰਦਰੋਂ ਆਵਾਜ਼ ਆਉਣੀ ਚਾਹੀਦੀ ਹੈ
ਕਿ ਅਸੀਂ ਰੂਲ ਨੂੰ ਅਬਾਈਡ ਬਾਈ ਕਰਨਾ, ਰੂਲ ਨੂੰ ਉਹਦੀ ਕੰਪਲਾਈਂਸ ਕਰਨੀ ਹੈ। ਚੰਡੀਗੜ੍ਹ ਤੁਸੀਂ ਕਿਹਾ ਵੀ ਚੰਡੀਗੜ੍ਹ ਜਾ ਕੇ ਉੱਥੇ ਅਕਲ ਆ ਜਾਂਦੀ ਹੈ, ਸਾਰੇ ਜਾ ਕੇ ਬੈਲਟ ਵੀ ਲਾ ਲੈਂਦੇ ਆ, ਜੇ ਹੈਲਮਟ 2 ਵੀਲਰ ਹੈ ਤਾਂ ਹੈਲਮਟ ਵੀ ਲਾ ਕੇ ਚੱਲਦੇ ਆ, ਸਪੀਡ ਦੀ ਵੀ ਲਿਮਿਟ ਦਾ ਖਿਆਲ ਰੱਖਦੇ ਆ, ਰੈੱਡ ਲਾਈਟ ਨੂੰ ਕ੍ਰਾਸ ਨਹੀਂ ਕਰਦੇ। ਇਸੇ ਤਰ੍ਹਾਂ ਹੀ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਜੋ ਜਾਂਦੇ, ਤੁਸੀਂ ਇੰਗਲੈਂਡ ਜਾਂਦੇ ਹੋ, ਕੈਨੇਡਾ ਜਾਂਦੇ ਹੋ, ਉੱਥੇ ਜਾ ਕੇ ਤੁਸੀਂ ਦੇਖਦੇ ਆ ਕਿ ਉੱਥੇ ਜਿਸ ਵੇਲੇ ਇੱਕ ਲਾਈਟ ਦਾ ਕ੍ਰਾਸਿੰਗ ਤੋਂ ਜਾਣਾ ਹੈ ਨਾ, ਕਾਰ ਜਾਣੀ ਹੈ, ਉਹਨੇ ਥੋੜ੍ਹਾ ਰੁਕਣਾ, ਦੇਖਣਾ ਕਿ ਕੋਈ ਹੋਰ ਵਾਹਨ ਤਾਂ ਨਹੀਂ ਆ ਰਿਹਾ, ਫਿਰ ਕ੍ਰਾਸ ਕਰਨਾ। ਰਾਦਰ ਉਹ ਜਿਹੜੇ ਪੈਦਲ ਹੁੰਦੇ ਨੇ ਉਹਨਾਂ ਲਈ ਵੀ ਉਹ ਲੰਘ ਜਾਣ, ਉਹਨਾਂ ਨੂੰ ਮੌਕਾ ਪਹਿਲਾਂ ਦਿੰਦੇ ਆ। ਔਰ ਉੱਥੇ ਬਿਨਾਂ ਕਿਸੇ ਕਹਿਣ ਦੇ ਉੱਤੇ, ਚਾਹੇ ਕੋਈ ਪੈਦਲ ਵਾਲਾ ਹੈ ਉੱਥੇ ਕਿ ਨਹੀਂ, ਚਾਹੇ ਕੋਈ ਗੱਡੀ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ, ਪਰ ਐਜ਼ ਏ ਪ੍ਰਿੰਸੀਪਲ ਉਹਨਾਂ ਨੇ ਉੱਥੇ ਰੁਕ ਕੇ ਜਾਣਾ। ਇਹ ਇਹਦਾ ਮਤਲਬ ਹੈ ਵੀ ਉੱਥੇ ਦੇ ਰੂਲ ਦੇ ਹਿਸਾਬ ਨਾਲ ਉਹ ਕਰਦੇ ਆ। ਰੂਲ ਦੀ ਇਨਫੋਰਸਮੈਂਟ ਔਰ ਰੂਲ ਨੂੰ ਆਬਜ਼ਰਵੈਂਸ ਬਹੁਤ ਜ਼ਿਆਦਾ ਸਟ੍ਰਿਕਟ ਉੱਥੇ ਕੀਤੀ ਜਾਂਦੀ ਹੈ। ਇਹ ਲੱਗਦਾ ਕਿ ਇਹ ਨਾ ਛੋਟੀ ਉਮਰ ਤੇ ਹੀ ਉਹ ਬੱਚਿਆਂ ਦੇ ਮਾਈਂਡ 'ਚ ਪਾ ਦਿੰਦੇ ਨੇ। ਰਾਦਰ ਮੈਂ ਵੀ ਉੱਥੇ ਵਿਜ਼ਿਟ ਕੀਤਾ, ਸਕੂਲ ਦੇਖੇ ਕਿ ਉਹ ਸਕੂਲ 'ਚ ਛੋਟੇ ਬੱਚਿਆਂ ਨੂੰ ਕਿਤਾਬੀ ਪੜ੍ਹਾਈਆਂ ਤਾਂ ਹੁੰਦੀਆਂ ਨਹੀਂ, ਉਹਨਾਂ ਨੂੰ ਸਿਰਫ ਰੂਲਸ ਨਹੀਂ ਸਿਖਾਏ ਜਾਂਦੇ ਨੇ ਕਿ ਕਿਵੇਂ ਆਪਣੀ ਕੰਟਰੀ ਦੇ ਲੋਕਾਂ ਦੀ ਰਿਸਪੈਕਟ ਕਰਨੀ ਹੈ। ਤੇ ਇੱਥੇ ਇਹੋ ਜਿਹਾ ਐਜੂਕੇਸ਼ਨ ਸਿਸਟਮ ਕਿਵੇਂ ਹੋਣਾ ਚਾਹੀਦਾ? ਕਿ ਇਹ ਬਿਲਕੁਲ ਹੋਣਾ ਚਾਹੀਦਾ, ਹੋ ਸਕਦਾ ਜੇ ਆਪਾਂ ਉਸ ਰਸਤੇ ਤੁਰੀਏ। ਤਬਦੀਲੀ ਹੋਈ ਆ, ਤਰੱਕੀ ਬਹੁਤ ਹੋਈ ਆ, ਲੇਕਿਨ ਇਹਨਾਂ ਗੱਲਾਂ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਿੱਛੇ ਰਹਿ ਗਏ ਹਾਂ। ਔਰ ਗਾਂਧੀ ਜੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ, ਉਹ ਕਹਿੰਦੇ ਮੋਰੈਲਿਟੀ ਜਿਹੜੀ ਹੈ, ਉਹ ਕਹਿੰਦੇ ਇੱਕ ਪ੍ਰਾਈਵੇਟ ਦੀ ਵੀ ਹੋਣੀ ਚਾਹੀਦੀ, ਇੰਡੀਵਿਜੂਅਲ ਦੀ ਵੀ ਹੋਣੀ ਚਾਹੀਦੀ ਹੈ, ਪਬਲਿਕ ਦੀ ਵੀ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਪਬਲਿਕ ਦੀ ਮੋਰੈਲਿਟੀ ਹੈ, ਗੌਰਮੈਂਟਾਂ ਦੀ ਮੋਰੈਲਿਟੀ ਹੈ, ਦਫ਼ਤਰਾਂ ਦੀ ਮੋਰੈਲਿਟੀ ਹੈ, ਔਰ ਨਿਜ਼ਾਮ ਜਿਹੜਾ ਹੈ ਉਸ ਦੀ ਜਿਹੜੀ ਮੋਰੈਲਿਟੀ ਹੈ, ਉਹਦੇ ਨਾਲ ਤਾਂ ਸਾਰਾ ਸਿਸਟਮ ਸਹੀ ਚੱਲੇਗਾ। ਜਿਹੜੀ ਸਾਡੀ ਪ੍ਰਾਈਵੇਟ ਮੋਰੈਲਿਟੀ ਹੈ ਕਿ ਆਪਾਂ ਆਪਣੇ ਵਿੱਚੋਂ ਇਹ ਚੀਜ਼ ਕੱਢਦੀ ਹੈ ਕਿ ਗਲਤ ਪ੍ਰੈਕਟਿਸ ਕਰਨੀ ਹੈ। ਸਾਡਾ ਬੱਚਾ ਜਿਹੜਾ ਹੈ ਉਹ ਮੋਟਰਸਾਈਕਲ ਆਪਾਂ ਇੱਕ ਤਾਂ ਉਹਨੂੰ ਲੈ ਦਿੰਦੇ ਹਾਂ ਜਿਸ ਵੇਲੇ ਅਜੇ ਉਹ ਗਰੋ ਹੀ ਕਰ ਰਿਹਾ ਹੁੰਦਾ, 7ਵੀਂ 8ਵੀਂ ਕਲਾਸ 'ਚ ਪੜ੍ਹਦਾ ਹੁੰਦਾ, ਫਿਰ ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿ ਤੂੰ ਚੱਲ ਕੋਈ ਗੱਲ ਨਹੀਂ। ਉੱਥੇ ਰੈੱਡ ਲਾਈਟ 'ਤੇ ਜਦੋਂ ਟ੍ਰੈਫਿਕ ਵਾਲਾ ਉਹਨੂੰ ਫੜ ਲੈਂਦਾ ਵੀ ਤੇਰਾ ਗਲਤ ਆ, ਤੂੰ ਰੋਂਗ ਜਾ ਰਿਹਾ, ਲਾਈਟ ਕ੍ਰਾਸ ਕਰ ਰਿਹਾ, ਫਿਰ ਉਹ ਫੋਨ ਕਰਕੇ ਉਹਨੂੰ ਘਰਦਿਆਂ ਨੂੰ ਬੁਲਾ ਲੈਂਦਾ ਅਤੇ ਉਹ ਫਿਰ ਕਹਿੰਦੇ ਆ। ਇਹ ਸਾਰੀ ਤਰੀਕਾ ਆਪਾਂ ਬੱਚਿਆਂ ਨੂੰ ਇਨਕਰੇਜ ਕਰਦੇ ਹਾਂ। ਸ਼ਹਿ ਜਿਹੜੀ ਦੇ ਰਹੇ ਉਹ ਨਹੀਂ ਚਾਹੀਦੀ। ਇੰਡੀਵਿਜੂਅਲ ਮੋਰੈਲਿਟੀ ਦੇ ਵਿੱਚ ਇਹ ਆ ਜਾਂਦਾ ਕਿ ਆਪਾਂ ਅੰਦਰੋਂ ਇੱਕ ਆਵਾਜ਼ ਆਵੇ ਕਿ ਅਸੀਂ ਇਹ ਇਮੋਰਲ ਚੀਜ਼ਾਂ ਆ। ਜੇ ਆਪਾਂ ਕਿਸੇ ਨੂੰ ਫੋਨ ਕਹਿ ਕੇ ਕਿਸੇ ਦੀ ਸਿਫਾਰਿਸ਼ ਪਾ ਕੇ ਕੋਈ ਫਾਈਨ ਤੋਂ ਬਚਣਾ, ਜਾਂ ਰੈੱਡ ਲਾਈਟ ਕ੍ਰਾਸ ਕਰ ਜਾਣੀ ਹੈ, ਜਾਂ ਓਵਰ ਸਪੀਡ ਕਰਨਾ, ਜਾਂ ਆਪਾਂ ਐਲੀਜੀਬਲ ਨਹੀਂ ਆ ਡਰਾਈਵ ਕਰਨ ਦੇ ਤਾਂ ਆਪਾਂ ਡਰਾਈਵ ਕਰਨਾ, ਤਾਂ ਇਹ ਚੀਜ਼ਾਂ ਜਿਹੜੀਆਂ ਇਮੋਰਲ ਹੈ ਉਹਨਾਂ ਦੇ ਵਿੱਚ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਤੋਂ। ਔਰ ਇਹ ਹੋ ਸਕਦਾ ਘਰ ਵਾਲੇ ਵੀ ਯੋਗਦਾਨ ਪਾਉਣ, ਪੁਲਿਸ ਵੀ ਯੋਗਦਾਨ ਪਾਵੇ, ਔਰ ਬੱਚਿਆਂ ਨੂੰ ਸਕੂਲ ਤੋਂ ਹੀ ਇਸ ਪਾਸੇ ਜਿਹੜਾ ਹੈ ਇੱਕ ਤਰ੍ਹਾਂ ਮੋਟੀਵੇਟ ਕੀਤਾ ਜਾਏ। ਬਿਲਕੁਲ ਵੈਰੀ ਸਟਾਰਟ ਤੋਂ ਰਾਦਰ ਆਪਣੀ ਮੋਰਲ ਐਜੂਕੇਸ਼ਨ ਦੀ ਬੁੱਕਸ ਬਣੀਆਂ ਹੋਈਆਂ, ਪਰ ਬੱਚੇ ਵਾਲਾ ਤਾਂ ਉਹਨੂੰ ਸੀਰੀਅਸ ਹੀ ਨਹੀਂ ਲੈਂਦੇ ਗਏ ਕਿ ਕੀ ਚੀਜ਼ ਹੈਗੀ ਹੈ, ਕਿਵੇਂ ਹੈ। ਤਾਂ ਇਹ ਮੈਨੂੰ ਲੱਗਦਾ ਪੇਰੈਂਟਸ ਔਰ ਟੀਚਰਸ ਨੂੰ ਬੜਾ ਅੱਛੀ ਤਰ੍ਹਾਂ ਇੰਪਲੀਮੈਂਟ ਬਹੁਤ ਇੱਕ ਨਵੇਂ ਸਿਰੇ ਤੋਂ ਇਸ ਪਾਸੇ ਆਪਾਂ ਨੂੰ ਇਹਨੂੰ ਇੰਪੋਰਟੈਂਟ ਸਮਝਣਾ ਚਾਹੀਦਾ ਕਿ ਬੱਚੇ ਦੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਮਹੱਤਵ ਰੱਖਦੀ ਹੈ ਗੱਲ। ਔਰ ਇਸ ਨੂੰ ਟੀਚਰ ਨੂੰ ਸਮਝਦਿਆਂ ਹੋਇਆਂ ਇਸ ਚੀਜ਼ ਨੂੰ ਤੇ ਅੱਗੇ ਉਸ ਨੂੰ ਤੋਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਇਨਵਾਇਰਨਮੈਂਟ ਸਾਇੰਸ ਵੀ ਆਪਾਂ ਕਾਲਜ ਸਕੂਲ ਲੈਵਲ ਤੇ ਪੜ੍ਹਦੇ ਹਾਂ, ਤੇ ਆਪਣੇ ਇਨਵਾਇਰਨਮੈਂਟ ਨੂੰ ਵੀ ਕਿਵੇਂ ਨਾ ਉਹਨੂੰ ਪੋਲਿਊਟ ਕਰੋ ਜਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜਾਣਕਾਰੀ ਬੱਚਿਆਂ ਨੂੰ ਦੇਣੀ ਚਾਹੀਦੀ। ਨਹੀਂ ਬਿਲਕੁਲ, ਗਾਂਧੀ ਜੀ ਨੇ ਤਾਂ ਵੀ ਇਹ ਦੱਸਿਆ ਕਿ ਵਾਤਾਵਰਨ ਦੀ ਜਿਹੜੀ ਹੈ ਸਵੱਛ ਭਾਰਤ, ਆਲਾ ਦੁਆਲਾ ਜਿਹੜਾ ਤੁਸੀਂ ਸਾਫ਼ ਰੱਖੋ। ਇੱਥੇ ਕੀ ਕਰਦੇ ਆ, ਜੇ ਕੋਈ ਚੀਜ਼ ਖਰਾਬ ਹੋਈ ਹੈ ਘਰ ਦੇ ਵਿੱਚ, ਕਹਿੰਦੇ ਕੰਮ ਵਾਲੇ ਨੂੰ ਦੇ ਦਿਓ ਵੀ ਉਹ ਚਲੋ ਵੀ ਉਹ ਵੀ ਤਾਂ ਇਨਸਾਨ ਹੈ। ਔਰ ਇਸ ਤਰ੍ਹਾਂ ਬਾਅਦ ਤੇ ਤੁਸੀਂ ਆਪਣੇ ਘਰ ਦਾ ਜਿਹੜਾ ਕੂੜਾ ਕਰਕਟ ਸਾਫ਼ ਕਰਕੇ ਗੁਆਂਢੀ ਵੱਲ ਨੂੰ ਕਰ ਦਿੰਦੇ ਹੋ, ਇਹ ਵੀ ਗਲਤ ਹੈ। ਇਹ ਸਿਰਫ ਅੰਦਰੋਂ ਆਵਾਜ਼ ਆਉਣੀ ਚਾਹੀਦੀ ਹੈ। ਗਾਂਧੀ ਜੀ ਨੇ ਤਾਂ ਕਹਿ ਦਿੱਤਾ, ਲੇਕਿਨ ਉਹਨਾਂ ਨੂੰ ਆਪਾਂ ਅਮਲੀ ਰੂਪ ਦੇ ਵਿੱਚ ਤਾਂ ਲਿਆਉਣਾ ਸਾਡਾ ਕੰਮ ਹੈਗਾ ਨਾ। ਤੇ ਸਵੱਛ ਭਾਰਤ, ਹੁਣ ਆਪਾਂ ਟੈਲੀਫੋਨ ਸੁਣਦੇ ਹਾਂ, ਜਿਸ ਵੇਲੇ ਰਿੰਗਟੋਨ ਆਉਂਦੀ ਉਸ ਤੋਂ ਪਹਿਲਾਂ ਸਵੱਛ ਭਾਰਤ ਦਾ ਜਿਹੜਾ ਮੈਸੇਜ ਆਉਂਦਾ ਕਿ ਕਮ ਸੇ ਕਮ 1 ਘੰਟਾ ਤੁਸੀਂ ਇਸ ਪਾਸੇ ਲਾਓ, ਇੱਕ ਬਹੁਤ ਚੰਗਾ ਸੰਦੇਸ਼ ਹੈ। ਔਰ ਸਿਆਣੇ ਬੰਦੇ ਜਿਹੜੇ ਸੂਝਵਾਨ ਲੋਕ ਹੁੰਦੇ ਆ ਉਹ ਆਪਣਾ ਸੰਦੇਸ਼ ਦਿੰਦੇ ਆ, ਲੇਕਿਨ ਇੰਪਲੀਮੈਂਟ ਤਾਂ ਅਸੀਂ ਆਪ ਹੀ ਕਰਨਾ ਹੁੰਦਾ ਨਾ। ਔਰ ਜੇ ਆਪਾਂ ਸਮਝਦੇ ਹਾਂ ਕਿ ਗਾਂਧੀ ਜੀ ਦਾ ਭਾਰਤ ਜਿਹੜਾ ਉਹ ਬਣੇ, ਉਹ ਤਾਂ ਹੀ ਬਣ ਸਕਦਾ ਕਿ ਸਾਰੇ ਹੀ ਉਹਨਾਂ ਦੁਆਰਾ ਦਰਸਾਏ ਜਿਹੜੇ ਤਰੀਕੇ ਆ ਜਾਂ ਸੰਦੇਸ਼ ਆ ਜਾਂ ਮੋਟੀਵੇਸ਼ਨ ਹੈ ਉਹ ਸਾਡੇ ਅਮਲ ਦੇ ਵਿੱਚ ਆਉਣ। ਅਸੀਂ ਉਸ ਨੂੰ ਅਮਲ ਕਰਕੇ ਉਹਨਾਂ ਦੇ ਉੱਤੇ ਕੰਮ ਕਰਕੇ ਉਹਨਾਂ ਨੂੰ ਪ੍ਰੈਕਟੀਕਲ ਸ਼ੇਪ ਦੇ ਕੇ ਅੱਗੇ ਤੋਰੀਏ। ਜੀ। ਤੇ ਆਪਾਂ ਵੂਮਨ ਐਮਪਾਵਰਮੈਂਟ ਦੀ ਵੀ ਗੱਲ ਕਰਦੇ ਹਾਂ ਕਿ ਲੇਡੀ ਔਰ ਇੱਕ ਮਰਦ ਦਾ ਜਿਹੜਾ ਬਿਲਕੁਲ ਹੀ ਇੱਕ ਬਰਾਬਰ ਜਿਹੜਾ ਦਰਜਾ ਹੋਣਾ ਚਾਹੀਦਾ ਹੈ। ਬੜੀ ਲੈਵਲ ਤੱਕ ਹੋਇਆ ਵੀ, ਪਰ ਫਿਰ ਵੀ ਕਦਰਾਂ ਕੀਮਤਾਂ ਜਿਹੜੀਆਂ ਹਾਲ ਤੱਕ ਜਿਹੜੀਆਂ ਡਿੱਗਦੀਆਂ ਹੀ ਜਾ ਰਹੀਆਂ ਨੇ। ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਕਿਵੇਂ ਇਹਨੂੰ ਚੇਂਜ ਕੀਤਾ ਜਾ ਸਕਦਾ ਹੈ? ਬਿਲਕੁਲ ਇਹ ਸਾਰੇ ਮੰਨਦੇ ਆ ਕਿ ਔਰਤਾਂ ਦੀ ਦਸ਼ਾ ਜਿਹੜੀ ਹੈ ਉਹ ਸੁਧਰੀ ਹੈ।
ਔਰ ਸਮਾਜ ਦੇ ਵਿੱਚ ਕੋਈ ਵੀ ਅੰਗ ਹੈ ਉਹਦੀ ਦਸ਼ਾ ਤੇ ਦਿਸ਼ਾ 'ਚ ਜਦੋਂ ਸੁਧਾਰ ਆਉਂਦਾ ਤੇ ਉਹਦੇ ਨਾਲ ਸਮਾਜ ਦੀ ਤਰੱਕੀ ਹੁੰਦੀ ਹੈ। ਇਹ 'ਚ ਕੋਈ ਸ਼ੱਕ ਨਹੀਂ, ਸਾਡੀਆਂ ਧੀਆਂ ਨੇ, ਸਾਡੀਆਂ ਬੇਟੀਆਂ ਨੇ ਬਹੁਤ ਪੜ੍ਹਾਈ ਦੇ ਵਿੱਚ ਵੀ ਮਾਰ ਕੇ ਮਾਰੇ ਆ, ਔਰ ਕੋਈ ਐਸਾ ਪ੍ਰੋਫੈਸ਼ਨ ਹੈ ਨਹੀਂ ਜਿਹਦੇ ਵਿੱਚ ਉਹਨਾਂ ਨੇ ਆਪਣਾ ਸਿੱਕਾ ਨਹੀਂ ਜਮਾਇਆ, ਔਰ ਬਹੁਤ ਉੱਚ ਪਦਵੀਆਂ ਤੱਕ ਵੀ ਉਹ ਪਹੁੰਚੀਆਂ ਹਨ। ਔਰ ਇਹ ਜਿਸ ਵੇਲੇ ਸਾਡਾ ਕਨਸਟੀਟਿਊਸ਼ਨ ਬਣ ਰਿਹਾ ਸੀਗਾ ਤਾਂ ਮਹਾਤਮਾ ਗਾਂਧੀ ਜੀ ਵੱਲੋਂ ਇੱਕ ਇਨਪੁਟ ਇਹ ਆਈ ਸੀ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਰੱਖਣਾ ਚਾਹੀਦਾ, ਔਰ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਵੋਟਿੰਗ ਰਾਈਟ ਜਿਹੜੀ ਔਰਤਾਂ ਨੂੰ ਮਿਲੇ। ਔਰ ਇਹ ਮੈਂ ਸਮਝਦਾ ਕਿ ਪਹਿਲਾਂ ਵੱਡੀ ਗੈਪ ਜ਼ਿਆਦਾ ਸੀ, ਹੁਣ ਗੈਪ ਕੁਝ ਘਟ ਰਿਹਾ, ਲੇਕਿਨ ਸੋਸ਼ਲ ਔਰ ਜਿਹੜੀ ਇੰਡੀਵਿਜੂਅਲ ਮੋਰੈਲਿਟੀ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਜੇ ਆਪਾਂ ਔਰਤਾਂ ਦਾ ਸਤਿਕਾਰ ਕਰੀਏ, ਔਰਤਾਂ ਨੂੰ ਬਰਾਬਰ ਦਾ ਆਪਣੇ ਹੱਕ ਦਈਏ, ਉਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਅਸੀਂ ਹਰ ਕੰਮ ਦੇ ਵਿੱਚ ਅੱਗੇ ਵਧੀਏ, ਤਾਂ ਮੈਂ ਸਮਝਦਾ ਕਿ ਸਾਡਾ ਦੇਸ਼ ਜਿਹੜਾ ਉਹ ਤਰੱਕੀ ਵੱਲ ਨੂੰ ਜਾ ਸਕਦਾ। ਕਿਤੇ ਕਿਤੇ ਸਮੱਸਿਆਵਾਂ ਹੈਗੀਆਂ, ਪਰ ਉੱਥੇ ਨਾਲ ਅਨਪੜ੍ਹਤਾ ਵੀ ਹੈ, ਜਾਂ ਉਹਨਾਂ ਦੀ ਅਵੇਅਰਨੈਸ ਦੇ ਵਿੱਚ ਕਮੀ ਹੈ, ਜਾਂ ਉਹ ਉਸ ਮਾਹੌਲ 'ਚੋਂ ਆ ਜਿੱਥੇ ਕੁਝ ਕੰਮ ਕਰਨ ਦੀ ਲੋੜ ਹੈ। ਅਤੇ ਮਹਾਤਮਾ ਗਾਂਧੀ ਜੀ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਕਿ ਆਪਾਂ ਉਸ ਮਾਹੌਲ ਨੂੰ ਠੀਕ ਕਰੀਏ, ਆਪਾਂ ਇੱਕ ਅਵੇਅਰਨੈਸ ਕ੍ਰੀਏਟ ਕਰੀਏ, ਆਪਾਂ ਔਰਤਾਂ ਪ੍ਰਤੀ ਇੱਜ਼ਤ ਮਾਣ ਜਿਹੜਾ ਉਹਦਾ ਦਰਜਾ ਵਧਾਈਏ, ਔਰ ਬਚਪਨ ਤੋਂ ਹੀ ਔਰ ਨੌਜਵਾਨ ਪੀੜ੍ਹੀ ਦੇ ਵਿੱਚੋਂ ਹਾਇਰ ਐਜੂਕੇਸ਼ਨ ਦੇ ਵਿੱਚੋਂ ਔਰਤਾਂ ਅਤੇ ਮਰਦ ਜਿਹੜੇ ਆ ਉਹ ਬਰਾਬਰ ਆਪਣੇ ਆਪ ਨੂੰ ਕਰਨ, ਔਰ ਤਾਂ ਹੀ ਸਮਾਜ ਜਿਹੜਾ ਸਾਡਾ ਅੱਗੇ ਵੱਧ ਸਕਦਾ, ਤਰੱਕੀ ਦੀ ਰਾਹ 'ਤੇ ਜਾ ਸਕਦਾ। ਬਿਲਕੁਲ। ਜਿਵੇਂ ਧੀਵਾਨ ਜੀ ਤੁਸੀਂ ਮਤਲਬ ਬਹੁਤ ਵਧੀਆ ਰਾਈਟਰ ਹੋ, ਮੈਂ ਦਰਸ਼ਕਾਂ ਨੂੰ ਦੱਸਦਾ ਕਿ ਧੀਵਾਨ ਸਾਹਿਬ ਨੇ ਬਹੁਤ ਹੀ ਬੁੱਕਸ ਲਿਖੀਆਂ ਨੇ, ਅਤੇ ਤੁਸੀਂ ਗਾਂਧੀ ਜੀ 'ਤੇ ਵੀ ਬਹੁਤ ਸਤਰਾਂ ਬੜੀ ਲਾਈਨ ਲਿਖੀਆਂ ਨੇ, ਜ਼ਰਾ ਸਾਡੇ ਦਰਸ਼ਕਾਂ ਨੂੰ ਸੁਣਾਓ ਜੀ। ਦੇਖੋ, ਗਾਂਧੀ ਜੀ ਦੇ ਸੰਦੇਸ਼ ਬਹੁਤ ਹੈ ਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਚੀਜ਼ ਜਿਹੜੀ ਕਰਨੀ ਹੈ, ਜੇ ਪੋਲੀਟਿਕਸ ਕਰਨੀ ਆ ਤਾਂ ਪ੍ਰਿੰਸੀਪਲ ਦੇ ਉੱਤੇ ਬੇਸ ਹੋਵੇ। ਜੇ ਆਪਾਂ ਕੋਈ ਸਾਨੂੰ ਕਿਸੇ ਲੈਵਲ 'ਤੇ ਸਾਡੀ ਅਚੀਵਮੈਂਟ ਇੰਨੀ ਹੋ ਗਈ ਕਿ ਇੱਕ ਰੁਤਬੇ ਵਾਲੀ ਜਗ੍ਹਾ ਮਿਲ ਗਈ, ਤਾਂ ਹਿਊਮਨ ਫੇਸ ਲੈ ਕੇ ਕੰਮ ਕਰੀਏ, ਇਨਸਾਨੀਅਤ ਨੂੰ ਅੱਗੇ ਪ੍ਰਮੋਟ ਕਰੀਏ, ਤਾਂ ਆਪਾਂ ਅੱਗੇ ਵਧਣ ਲਈ ਚੰਗੇ ਸੁਪਨੇ ਜਿਹੜੇ ਆ ਉਹ ਸਾਕਾਰ ਕਰੀਏ, ਸੁਪਨੇ ਸਿਰਜੀਏ। ਤਾਂ ਮੈਂ ਕੁਛ ਗੱਲਾਂ ਗਾਂਧੀ ਜੀ ਦੀ ਜ਼ਿੰਦਗੀ ਤੋਂ ਲੈ ਕੇ ਆਪਾਂ ਆਪਣੇ 4-4 ਸਤਰਾਂ ਵਿੱਚ ਲਿਖੀਆਂ ਕਿ ਸੁਪਨੇ ਦੇਖਣਾ, ਹਿੰਮਤ ਕਰਨਾ, ਜਾਰੀ ਰੱਖੀਏ, ਕਦੇ ਨਾ ਛੱਡੀਏ, ਮਨ ਪਾਉਂਦਾ ਜੇ ਫਲ ਹੈ ਪਾਉਣਾ, ਉਦਮ ਚਰਖਾ ਘੁੰਮਦਾ ਰੱਖੀਏ। ਕਿ ਸਾਨੂੰ ਡਿਗਨਿਟੀ ਆਫ ਲੇਬਰ ਹੋਣੀ ਚਾਹੀਦੀ ਹੈ। ਗਾਂਧੀ ਜੀ ਦੇ ਸੰਦੇਸ਼ ਦੇ ਮੁਤਾਬਕ ਉਦਮ ਕਰਨਾ ਜਿਹੜਾ ਹੈ ਉਹ ਜਾਰੀ ਰੱਖਣਾ ਚਾਹੀਦਾ ਹੈ। ਐਫਰਟਸ ਆਪਣੇ ਜਾਰੀ ਰੱਖੀਏ ਔਰ ਮਿਹਨਤ ਕਰੀਏ ਤਾਂ ਆਪਾਂ ਅੱਗੇ ਵੱਧ ਸਕਦੇ ਹਾਂ। ਜ਼ਿੰਦਗੀ ਜਿਉਣ ਦਾ ਵੱਲ ਸਿੱਖੀਏ, ਇਹ ਤਾਂ ਇੱਕ ਦਲੇਰੀ ਹੈ, ਜੋ ਉਦਮ ਕਰੇ ਸੋ ਅੱਗੇ ਲੰਘਦਾ, ਵਰਨਾ ਖਾਕ ਦੀ ਢੇਰੀ ਹੈ। ਮਹਾਤਮਾ ਗਾਂਧੀ ਜੀ ਨੇ ਕਿਹਾ ਸੀਗਾ ਕਿ ਜੇ ਕੋਈ ਬੰਦਾ ਬੈਠਾ ਹੈ ਕਿ ਇਹ ਸੋਚ ਰਿਹਾ ਕਿ ਮੈਨੂੰ ਕੁਛ ਪ੍ਰਾਪਤੀ ਹੋ ਜਾਊਗੀ, ਉਹ ਨਹੀਂ ਹੋ ਸਕਦੀ, ਤੁਹਾਨੂੰ ਕੁਛ ਨਾ ਕੁਛ ਉਦਮ ਕਰਨਾ ਪਏਗਾ। ਫਸਟ ਸਟੈਪ ਇਜ਼ ਆਲਵੇਜ਼ ਇੰਪੋਰਟੈਂਟ ਆਪਾਂ ਕਹਿੰਦੇ ਹਾਂ, ਅਤੇ ਜ਼ਿੰਦਗੀ ਜਿਉਣ ਲਈ ਆਪਾਂ ਨੂੰ ਕੁਛ ਹਿੰਮਤ ਜਿਹੜੀ ਉਹ ਕਰਨੀ ਪਏਗੀ। ਔਰ ਜੇ ਆਪਾਂ ਇੱਧਰੋਂ ਉੱਧਰੋਂ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਹੱਥ ਨਹੀਂ ਆਉਣਾ, ਅਤੇ ਖੁਦ ਇਹੀ ਹੈ ਕਿ ਆਪਾਂ ਖੁਦ ਹੀ ਚਰਖਾ ਕੱਤੀਏ, ਆਪਾਂ ਆਪਣਾ ਤੰਦ ਆਪ ਕੱਤੀਏ, ਆਪਾਂ ਆਪਣੇ ਖੇਸ ਚਾਦਰਾਂ, ਆਪਣੇ ਜਿਹੜੇ ਲਿਬਾਸ ਹੈ ਉਸ ਨੂੰ ਆਪਣਾ ਆਪ ਬਣਾਉਣ ਦੀ ਕੋਸ਼ਿਸ਼ ਕਰੀਏ। ਇਹੀ ਗਾਂਧੀ ਜੀ ਨੇ ਖੁਦ ਕਰਕੇ ਦਿਖਾਇਆ। ਇੱਕ ਚੰਗਾ ਲੀਡਰ ਜਿਹੜਾ ਹੁੰਦਾ ਉਹ ਲੀਡ ਬਾਈ ਐਗਜ਼ਾਮਪਲ, ਔਰ ਗਾਂਧੀ ਜੀ ਖੁਦ ਐਗਜ਼ਾਮਪਲ, ਉਦਾਹਰਣ ਬਣ ਕੇ ਸਾਡੇ ਸਾਹਮਣੇ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਢੂੰਡਣ ਨਾਲੋਂ ਬਣਾਉਣਾ ਚੰਗਾ, ਕਿਰਤ ਦਾ ਕਾਰਜ ਰਚਾਉਣਾ ਚੰਗਾ, ਅਗਿਆਨ ਭੱਠੀ ਵਿੱਚ ਝੁਲਸਣ ਨਾਲੋਂ ਗਿਆਨ ਦਾ ਦੀਪ ਜਗਾਉਣਾ ਚੰਗਾ। ਔਰ ਮਹਾਤਮਾ ਜੀ ਨੇ ਇਹ ਕਿਹਾ ਸੀਗਾ ਕਿ ਜੇ ਤੁਹਾਨੂੰ ਕਿਸੇ ਗੱਲ ਦਾ ਪਤਾ, ਤੁਸੀਂ ਕਿਸੇ ਗੱਲ 'ਚ ਅੱਗੇ ਹੈ, ਉਹ ਗੱਲ ਦੂਸਰਿਆਂ ਤੱਕ ਪਹੁੰਚਾਓ, ਔਰ ਇੱਕ ਦੀਪ ਤੋਂ ਦੂਸਰਾ ਦੀਪ ਜਗਾਓ, ਔਰ ਗਿਆਨ ਦਾ ਚਾਨਣ ਜਿਹੜਾ ਹੈ ਉਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਸਾਡਾ ਜਿਹੜਾ ਸਮਾਜ ਹੈ ਉਹ ਸਾਡਾ ਕਾਫੀ ਅੱਗੇ ਵਧੇਗਾ। ਔਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਚਾਹੇ ਕਿਸ ਵੀ ਰੁਤਬੇ 'ਤੇ ਹੋਵੋ, ਔਰ ਜਿਹੜੇ ਤੁਹਾਡੇ ਨਾਲ ਵਰਕਰ ਹੈਗੇ, ਤੁਹਾਡੇ ਨਾਲ ਕੰਮ ਕਰਨ ਵਾਲੇ ਆ, ਚਾਹੇ ਉਹ ਲੋਅਰ ਸਟਾਫ ਹੈ, ਉਹਨਾਂ ਨੂੰ ਵੀ ਆਪਣੀ ਟੀਮ ਦੇ ਵਿੱਚ ਨਾਲ ਲੈ ਕੇ ਕਰੋ। ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਇੱਜ਼ਤ ਮਾਣ ਹੈ ਉਹਨਾਂ ਨੂੰ ਮਿਲਣਾ ਚਾਹੀਦਾ। ਉਹ ਕਾਮੇ ਦੀ ਜੇ ਕਰੀਏ ਸਰਾਹਨਾ, ਕਾਮੇ ਦੀ ਜੇ ਕਰੀਏ ਸਰਾਹਨਾ, ਕੰਮ ਚੰਗੇਰਾ ਉਹ ਕਰਦਾ ਹੈ। ਸੰਬੰਧ ਹੋ ਜਾਂਦੇ ਸੁਹਿਰਦ ਪਕੇਰੇ, ਮਾਲਕ ਦਾ ਉਹ ਹਿੱਤ ਭਰਦਾ ਹੈ। ਉਹ ਕੰਮ ਵੀ ਜ਼ਿਆਦਾ ਕਰੇਗਾ, ਤੁਹਾਡਾ ਉਹ ਪਾਰਟਨਰ ਬਣ ਜਾਏਗਾ, ਔਰ ਤੁਹਾਡੇ ਨਾਲ ਚੱਲੇਗਾ, ਔਰ ਤੁਹਾਡੀ ਜਿਹੜੀ ਆਊਟਪੁੱਟ ਆ ਉਹ ਬੈਟਰ ਹੋਏਗੀ। ਅਤੇ ਗਾਂਧੀ ਜੀ ਨੇ ਇਸੇ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਸੀ ਵੀ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਮਾੜੀ ਨਹੀਂ ਹੈ, ਹਰ ਇੱਕ ਦਾ ਕੋਈ ਨਾ ਕੋਈ ਮਹੱਤਵ ਹੈ। ਔਰ ਆਪਾਂ ਕਹਿੰਦੇ ਨਥਿੰਗ ਇਜ਼ ਡਿਪਲੋਰੇਬਲ। ਕੈਕਟਸ ਆ ਨਾ, ਇੱਕ ਕੈਕਟਸ ਦੇ ਵੀ ਫੁੱਲ ਲੱਗਦੇ ਆ, ਕੈਕਟਸ ਨੂੰ ਕੰਡਿਆਲੀ ਸਮਝ ਕੇ ਉਹਨਾਂ ਨੂੰ ਆਪਾਂ ਸੁੱਟ ਨਾ ਦਈਏ, ਉਹਨਾਂ ਨੂੰ ਦੁਰਕਾਰੀਏ ਨਾ, ਤਾਂ ਬੇਮਾਇਨਾ ਕੁਝ ਵੀ ਨਹੀਂ।
ਬੇਮਾਇਨਾ ਕੁਝ ਵੀ ਨਹੀਂ ਕੁਦਰਤ ਦੇ ਸੰਸਾਰ ਵਿੱਚ, ਕੁਝ ਵੀ ਭੰਡਣ ਯੋਗ ਨਹੀਂ ਭਾਵੇਂ ਤੁੱਛ ਦਿਸੇ ਆਕਾਰ ਦੇ ਵਿੱਚ। ਚਾਹੇ ਉਹ ਦੇਖਣ ਨੂੰ ਬਹੁਤ ਛੋਟੀ ਚੀਜ਼ ਨਜ਼ਰ ਆਉਂਦੀ ਹੈ, ਤੁੱਛ ਨਜ਼ਰ ਆਉਂਦੀ ਹੈ, ਲੇਕਿਨ ਤੁੱਛ ਹੁੰਦੀ ਨਹੀਂ। ਔਰ ਸਾਨੂੰ ਇਹ ਸੰਦੇਸ਼ ਗਾਂਧੀ ਜੀ ਨੇ ਇਸ ਤਰ੍ਹਾਂ ਦੇ ਆਪਾਂ ਨੂੰ ਦਿੱਤੇ, ਔਰ ਇਸੇ ਕਰਕੇ ਦਿੱਤੇ ਕਿ ਅਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਵਧੀਆ ਕਰ ਸਕੀਏ, ਇੱਕ ਲਾਈਫ ਆਫ ਰਾਈਟਸਨੈਸ ਜਿਹੜੀ ਉਹ ਜਿਉ ਸਕੀਏ, ਦੂਜਿਆਂ ਦਾ ਭਲਾ ਕਰ ਸਕੀਏ, ਚੰਗਾ ਸਮਾਜ ਸਿਰਜ ਸਕੀਏ। ਜੇ ਸਮਾਜ ਚੰਗਾ ਹੋਏਗਾ ਸਾਡਾ ਜਿਹੜਾ ਸੂਬਾ ਚੰਗਾ ਹੋਏਗਾ, ਔਰ ਸਾਡਾ ਜੇ ਸੂਬਾ ਚੰਗਾ ਹੋਇਆ ਸਾਡਾ ਦੇਸ਼ ਚੰਗਾ ਹੋਏਗਾ, ਔਰ ਆਪਣੇ ਆਪ ਰਾਮ ਰਾਜ ਲਿਆਉਣ ਵੱਲ ਨੂੰ ਆਪਾਂ ਅੱਗੇ ਵੱਧ ਸਕਾਂਗੇ। ਦੇਸ਼ ਚੰਗਾ ਹੋਏਗਾ ਤਾਂ ਲੋਕ ਵਿਦੇਸ਼ਾਂ ਨੂੰ ਨਹੀਂ ਭੱਜਣਗੇ, ਆਪਣੇ ਦੇਸ਼ ਨੂੰ ਹੀ ਅੱਗੇ ਤਰੱਕੀ। ਔਰ ਗਾਂਧੀ ਜੀ ਪਿੰਡਾਂ ਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ, ਔਰ ਉਹ ਇੱਕ ਚਾਹੁੰਦੇ ਹੁੰਦੇ ਸੀਗੇ ਕਿ ਸਾਰਾ ਦੇਸ਼ ਜਿਹੜਾ ਹੈ ਉਹ ਮੇਰਾ ਆ। ਹਰ ਇੱਥੇ ਦਾ ਜਿਹੜਾ ਇਲਾਕਾ ਆ, ਹਰ ਸ਼ਹਿਰ, ਹਰ ਸੂਬਾ, ਹਰ ਪ੍ਰਾਂਤ, ਉਹ ਕਹਿੰਦੇ ਸੀ ਇਹ ਮੇਰਾ ਆ। ਔਰ ਉਹਨਾਂ ਦੀ ਇੱਛਾ ਸੀ ਕਿ ਜਿਸ ਵੇਲੇ ਮੈਂ ਇਹ ਸੰਸਾਰ ਤਿਆਗ ਦੇਵਾਂ ਤਾਂ ਮੇਰੇ ਜਿਹੜੀਆਂ ਅਸਥੀਆਂ ਹੈ ਉਹਦਾ ਪ੍ਰਵਾਹ ਇਸ ਤਰ੍ਹਾਂ ਕੀਤਾ ਜਾਏ, ਉਹਦੀ ਇਮਰਸ਼ਨ ਇਸ ਤਰ੍ਹਾਂ ਕੀਤੀ ਜਾਏ, ਜਿਹੜੀ ਇਹ ਬਹੁਤ ਮਹੱਤਵਪੂਰਨ ਦਰਿਆ ਹੈ ਉਹਨਾਂ ਦੇ ਵਿੱਚ ਉਹ ਪਾਇਆ ਜਾ ਕੇ, ਤਾਂ ਕਿ ਕਣ ਕਣ ਦੇ ਵਿੱਚ ਉਹ ਸਮਾ ਸਕਣ, ਉਹਨਾਂ ਦਾ ਸੰਦੇਸ਼ ਜਾ ਸਕੇ, ਔਰ ਇਸ ਤਰ੍ਹਾਂ ਦੀ ਜਿਹੜੀ ਰਾਮ ਰਾਜ ਦੀ ਫੀਲਿੰਗ ਹੈ ਉਹ ਹਰ ਲੋਕਾਈ ਤੱਕ ਜਾ ਸਕੇ। ਔਰ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਬਿਆਸ ਦਰਿਆ ਹੈ, ਸਤਲੁਜ ਦਰਿਆ ਹੈ, ਸਤਲੁਜ ਦਰਿਆ ਫਲੌਰ ਦੇ ਲਾਗੇ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਹੈ 21 ਜਨਵਰੀ ਨੂੰ ਜਿਹੜੀਆਂ ਇਮਰਸ ਕੀਤੀਆਂ ਗਈਆਂ ਸੀਗੀਆਂ, 12 ਫਰਵਰੀ ਨੂੰ। ਔਰ 12 ਫਰਵਰੀ ਨੂੰ ਉੱਥੇ ਜਿਹੜਾ ਉਹ ਇੱਕ ਤੀਰਥ ਸਥਾਨ ਹੈ, ਔਰ ਉੱਥੇ ਲੋਕ ਜਾ ਕੇ ਨਤਮਸਤਕ ਹੁੰਦੇ ਆ, ਔਰ ਗਾਂਧੀ ਜੀ ਦਾ ਜਿਹੜਾ ਫਲਸਫਾ ਹੈ, ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹਨੂੰ ਯਾਦ ਕਰਦੇ ਆ, ਅਤੇ ਉਹ ਇੱਕ ਬਹੁਤ ਹੀ ਤੀਰਥ ਸਥਾਨ ਹੈ। ਅਤੇ ਆਪਾਂ ਵੀ ਸਮਝਦੇ ਹਾਂ ਕਿ ਇਸ ਤਰ੍ਹਾਂ ਦੀ ਫੀਲਿੰਗ ਲੈ ਕੇ ਆਪਾਂ ਵੀ ਦੇਸ਼ ਦੇ ਪ੍ਰਤੀ ਜਾਗਰੂਕ ਹੋਈਏ। ਤੁਸੀਂ ਦਰਸ਼ਕਾਂ ਨੂੰ ਬਹੁਤ ਵਧੀਆ ਇੱਕ ਸੰਦੇਸ਼ ਦਿੱਤਾ ਆਪਣੀ ਜਿਹੜੀ ਸਤਰਾਂ ਰਾਹੀਂ ਗਾਂਧੀ ਜੀ ਦਾ ਇੱਕ ਜੋ ਉਹਨਾਂ ਨੇ ਕਿਹਾ ਕਿ ਸਾਦਾ ਜੀਵਨ ਉੱਚ ਵਿਚਾਰ, ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੇ। ਔਰ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਦਰਸ਼ਕ ਜਿਹੜੇ ਹੈ ਉਹ ਗਾਂਧੀ ਜੀ ਦੇ ਉੱਚ ਵਿਚਾਰਾਂ ਨੂੰ, ਸਾਦੇ ਜੀਵਨ ਨੂੰ ਆਪਣੀ ਲਾਈਫ 'ਚ ਅਪਣਾਉਣਗੇ, ਅਤੇ ਗਾਂਧੀ ਜੀ ਨੇ ਜਿਹੜੇ ਸੁਪਨਾ ਭਾਰਤ ਨੂੰ ਲੈ ਕੇ ਅੱਗੇ ਜਾਣ ਦਾ ਸਿਰਜਿਆ ਸੀਗਾ ਉਹਨੂੰ ਅਮਲੀ ਜਾਮਾ ਪਵਾਉਣਗੇ, ਤਾਂ ਫਿਰ ਸਾਡਾ ਦੇਸ਼ ਵੀ ਜਿਹੜਾ ਇੱਕ ਸੁਨਹਿਰੀ ਭਾਰਤ ਬਣੇਗਾ। ਅਤੇ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ।